ਅੰਗਦ ਗੁਰੂ ਅਮਰਦਾਸ ਭਗਬੰਦ, ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ। ਹਰਿ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ, ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਧੰਨ ਧੰਨ ਸੱਚੇ ਪਾਤਸ਼ਾਹ। ਗਰੀਬ ਨਵਾਜ, ਦੀਨ ਦੁਨੀਆ ਦੇ ਮਾਲਕ, ਚਬਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ ਪ੍ਰਤੱਖ ਗੁਰੂ, ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ, ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ, ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਦੇ ਉੱਤੇ ਸਦਾ ਕਿਰਪਾ ਰੱਖਣ ਵਾਲੇ, ਦਇਆ ਕਰਨ ਵਾਲੇ, ਰਹਿਮਤਾਂ ਕਰਨ ਵਾਲੇ, ਬਖਸ਼ਿਸ਼ਾਂ ਕਰਨ ਵਾਲੇ, ਧੰਨ ਧੰਨ ਅੰਤਰਜਾਮੀ ਸੱਚੇ ਪਾਤਸ਼ਾਹ ਗਰੀਬ ਨਵਾਜ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸਿੱਖ ਸੰਗਤਾਂ ਦੋਵੇਂ ਹੱਥ ਜੋੜੋ। ਸਾਰੀ ਸਿੱਖ ਸੰਗਤ ਗੱਜ ਕੇ ਕਹੋ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। 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 ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਦਇਆ ਰਹਿਮਤ ਬਖਸ਼ਿਸ਼ ਹੋਈ ਹੈ। ਆਪ ਜੀ ਦੂਰ ਦੁਰਾਡਿਓਂ ਚੱਲ ਕੇ ਇਸ ਇਲਾਕੇ ਦੀਆਂ ਸੰਗਤਾਂ, ਹੋਰ ਸੰਗਤਾਂ ਬੜੇ ਹੀ ਪਿਆਰ ਦੇ ਨਾਲ ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿੱਚ ਸੱਜ ਕੇ ਬੈਠੇ ਹੋ। ਸਾਰੀਆਂ ਸਿੱਖ ਸੰਗਤਾਂ ਗੁਰੂ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਵਾਉਂਦਿਆਂ ਹੋਇਆਂ ਪ੍ਰੇਮ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੜੀਵਾਰ ਕਥਾ ਹਰ ਰੋਜ਼ ਹੀ ਬੜੇ ਹੀ ਪਿਆਰ ਨਾਲ ਇਸ ਸਮੇਂ ਆਪ ਜੀ ਗੁਰੂ ਸਾਹਿਬ ਜੀ ਦੀ ਸਰਵਣ ਕਰਦੇ ਹੋ। ਧੰਨ ਧੰਨ ਅੰਤਰਜਾਮੀ ਸੱਚੇ ਪਾਤਸ਼ਾਹ ਗਰੀਬ ਨਵਾਜ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਵੱਡੀ ਵਡਿਆਈ ਦੇ ਮਾਲਕ ਹਨ। ਕਿਸ ਤਰੀਕੇ ਦੇ ਨਾਲ ਮਹਾਰਾਜ ਨੇ ਬਾਉਲੀ ਸਾਹਿਬ ਦਾ ਨਿਰਮਾਣ ਕਰਾਇਆ ਔਰ ਬਾਉਲੀ ਸਾਹਿਬ ਨੂੰ ਮਹਾਨ ਬਖਸ਼ਿਸ਼ਾਂ ਰਹਿਮਤਾਂ ਉਸ ਬਾਉਲੀ ਸਾਹਿਬ ਦੇ ਉੱਪਰ ਕੀਤੀਆਂ ਜੀ। ਇਹ ਸਾਰਾ ਪ੍ਰਸੰਗ ਤੁਸਾਂ ਨੇ ਸਰਵਣ ਕੀਤਾ। ਮਹਾਰਾਜ ਜੀ ਦਾ ਪਹਿਲੇ ਜੀਵਨ ਦਾ ਇੱਕ ਮਿੱਤਰ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਆਇਆ, ਸੰਗ ਦੇ ਨਾਲ ਸੀ, ਗੰਗਾ ਇਸ਼ਨਾਨ ਕਰਨ ਜਾ ਰਿਹਾ ਸੀ। ਗੁਰੂ ਸਾਹਿਬ ਨੇ ਉਹਨੂੰ ਆਖਿਆ ਇੱਥੇ ਇਸ਼ਨਾਨ ਕਰ। ਸਾਰੀ ਸਾਖੀ ਤੁਸੀਂ ਸੁਣ ਲਈ ਹੈ। ਕਿਵੇਂ ਫਿਰ ਉਹ ਹਰਿਦੁਆਰ ਲੋਟਾ ਡਿੱਗਿਆ, ਪੌੜੀ ਸਾਹਿਬ ਵਿੱਚ ਪ੍ਰਗਟ ਹੋਇਆ। ਅਤੇ ਮੁੱਕਦੀ ਗੱਲ ਕਵੀ ਸੰਤੋਖ ਸਿੰਘ ਜੀ ਨੇ ਇੱਥੇ ਮੁਕਾਈ, ਗੁਰੂ ਜੀ ਦੇ ਚਰਨਾਂ ਵਿੱਚ ਹੀ ਸਾਰੇ ਤੀਰਥ ਹਨ। ਅਸੀਂ ਕਲਯੁਗੀ ਜੀਵ ਹਾਂ, ਆਪਣਾ ਭਲਾ ਕਰਨ ਵਾਸਤੇ ਤੀਰਥਾਂ 'ਤੇ ਜਾਂਦੇ ਹਾਂ, ਪਰ ਪਿਆਰਿਓ ਗੁਰੂ ਜੀ ਦੇ ਚਰਨਾਂ ਵਿੱਚ ਹੀ ਸਾਰੇ ਤੀਰਥ ਹਨ। ਇੱਕ ਜੋਗੀ ਮਹਾਰਾਜ ਜੀ ਦੇ ਕੋਲ ਆਇਆ, ਬਹੁਤ ਲੰਮੀ ਉਮਰ ਸੀਗੀ,
ਬੜੀਆਂ ਰਿੱਧੀਆਂ ਸਿੱਧੀਆਂ ਤਾਕਤਾਂ ਉਹਦੇ ਕੋਲ ਨੇ, ਪਰ ਅਜੇ ਤੱਕ ਜੀਵਨ ਵਿੱਚ ਆਨੰਦ ਨਹੀਂ ਆਇਆ ਜੀ। ਮਹਾਰਾਜ ਜੀ ਦੇ ਦਰਸ਼ਨ ਕੀਤੇ ਗੋਇੰਦਵਾਲ ਸਾਹਿਬ, ਆ ਕੇ ਮਹਾਰਾਜ ਜੀ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੈਂ ਬੜੇ ਚਿਰ ਤੋਂ ਤੁਹਾਡੀ ਮਹਿਮਾ ਸੁਣ ਰਿਹਾ ਸਾਂ, ਅੱਜ ਮੈਂ ਤੁਹਾਡੀ ਹਜ਼ੂਰੀ ਵਿੱਚ ਆਇਆ। ਰਿੱਧੀਆਂ ਸਿੱਧੀਆਂ ਤਾਕਤਾਂ ਨਾਲ ਲੋਕ ਤੇ ਬੜੇ ਮੇਰੇ ਮਗਰ ਲੱਗ ਗਏ, ਪਰ ਮੇਰੇ ਆਪਣੇ ਹਿਰਦੇ ਨੂੰ ਸ਼ਾਂਤੀ ਨਹੀਂ ਮਿਲੀ ਜੀ। ਹਿਰਦੇ ਦੀ ਸ਼ਾਂਤੀ ਜਿਹੜੀ ਹੈ ਨਾ, ਉਹ ਬੜੀ ਵੱਡੀ ਗੱਲ ਹੈ, ਤੇ ਉਹ ਰੱਬ ਦੀ ਮਿਹਰ ਦੇ ਨਾਲ ਆਉਂਦੀ ਹੈ। ਹਿਰਦਾ ਉਦੋਂ ਸ਼ਾਂਤ ਹੁੰਦਾ ਹੈ ਜਦੋਂ ਕੋਈ ਵਾਹਿਗੁਰੂ ਜੀ ਦੇ ਮਿਲਾਪ ਵਾਸਤੇ ਉਹਦੇ ਗੁਣ ਗਾਉਂਦਾ ਹੈ ਜੀ। ਵੇਖੋ, ਵਸਤੂਆਂ ਪ੍ਰਾਪਤ ਕਰਨ ਲਈ ਪਾਠ ਕਰਨਾ, ਜਪ ਤਪ ਕਰਨਾ ਕਰੋ ਜੀ, ਸਦਕੇ ਕਰੋ, ਪਰ ਉਹਦੇ ਨਾਲ ਤੁਹਾਡੀ ਇੱਛਾ ਦੀ ਪੂਰਤੀ ਹੋਏਗੀ। ਤੇ ਮਹਾਰਾਜ ਕਹਿੰਦੇ, ਰਸਨਾ ਗੁਣ ਗੋਪਾਲ ਨਿਧ ਗਾਇਣ, ਸ਼ਾਂਤ ਸਹਿਜ ਰਹਿਸ ਮਨ ਉਪਜਿਓ, ਸਗਲੇ ਦੁਖ ਭਲਾਇਣ। ਜਦੋਂ ਕੋਈ ਉਸ ਵਾਹਿਗੁਰੂ ਦੀ ਪ੍ਰਾਪਤੀ ਵਾਸਤੇ ਆਪਣੀ ਜੀਭ ਤੋਂ ਉਹਦੇ ਗੁਣ ਗਾਉਂਦਾ ਹੈ ਨਾ ਜੀ, ਫਿਰ ਜਾ ਕੇ ਉਹਦੇ ਅੰਦਰ ਸ਼ਾਂਤੀ ਆਉਂਦੀ ਹੈ। ਸ਼ਾਂਤ ਸਹਿਜ ਰਹਿਸ ਮਨ ਉਪਜਿਓ, ਸਗਲੇ ਦੁਖ ਭਲਾਇਣ। ਸੋ ਮਹਾਰਾਜ ਗਰੀਬ ਨਵਾਜ ਕਹਿਣ ਲੱਗੇ, ਹੁਣ ਆ ਸਰੀਰ ਤਿਆਗ ਦੇ, ਮੁੜ ਜਨਮ ਲੈ, ਫਿਰ ਤੈਨੂੰ ਆਨੰਦ ਦਿਆਂਗੇ, ਆਨੰਦ ਦਿਆਂਗੇ। ਆਨੰਦ ਸ਼ਬਦ ਇੱਕ ਇਹੋ ਜਿਹਾ ਸ਼ਬਦ ਹੈ ਜਿਹਦੇ ਉਲਟ ਦੂਜਾ ਸ਼ਬਦ ਹੋਰ ਕੋਈ ਨਹੀਂ ਹੈਗਾ ਜੀ। ਸੁੱਖ ਦੇ ਬਦਲੇ ਦੁੱਖ ਹੈ। ਆਨੰਦ ਵਿਗਾਸ ਖੇੜਾ ਬੜੀ ਵੱਡੀ ਦਾਤ ਹੈ। ਆਪਾਂ ਕੋਈ ਕੰਮ ਕਰਦੇ ਹਾਂ, ਆਨੰਦ ਚਾਹੀਦਾ ਜੀ ਸਾਨੂੰ ਜੀ। ਜੇ ਆਨੰਦ ਨਹੀਂ ਨਾ ਆਇਆ, ਭਾਵੇਂ ਪ੍ਰਸ਼ਾਦਾ ਹੀ ਹੋਵੇ, ਬੰਦਾ ਕਹਿੰਦਾ ਅੱਜ ਕੋਈ ਫਾਇਦਾ ਨਹੀਂ ਹੋਇਆ ਜੀ, ਆਨੰਦ ਹੀ ਨਹੀਂ ਹੈਗਾ ਕਹਿੰਦੇ। ਤੇ ਪਿਆਰਿਓ, ਇਸੇ ਤਰ੍ਹਾਂ ਜੀਵਨ ਦਾ ਇੱਕ ਆਨੰਦ ਹੈ, ਜੀਵਨ ਦਾ ਇੱਕ ਆਨੰਦ ਹੈ। ਉਹ ਆਨੰਦ ਜਿੰਨਾ ਚਿਰ ਪ੍ਰਾਪਤ ਨਹੀਂ ਨਾ ਹੁੰਦਾ, ਬਾਕੀ ਆਨੰਦ ਸਾਰੇ ਫਿੱਕੇ ਨੇ ਜੀ। ਸੋ ਮਹਾਰਾਜ ਨੇ ਉਹਨੂੰ ਆਖਿਆ ਸਰੀਰ ਤਿਆਗ ਦੇ। ਉਹਨੇ ਫਿਰ ਗੁਰੂ ਸਾਹਿਬ ਦਾ ਬਚਨ ਮੰਨਿਆ, ਸਰੀਰ ਤਿਆਗ ਦਿੱਤਾ ਜੀ। ਹੁਣ ਅੱਗੋਂ ਆਪਾਂ ਕਥਾ ਸਰਵਣ ਕਰਨੀ ਹੈ। ਧਰੋ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ। ਦੋਵੇਂ ਹੱਥ ਜੋੜ ਕੇ ਪ੍ਰੇਮ ਨਾਲ ਕਹੋ, ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। 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 ਸਭ ਸਿੱਖ ਸੰਗਤ ਗੱਜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ। ਸ਼੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ। ਸੋ ਜੋਗੀ ਧਰ ਬਾਸਨਾ, ਜਨਮਿਓ ਗੁਰ ਕੁਲ ਮਾਹੇ। ਉਹ ਜੋਗੀ ਫਿਰ ਆਨੰਦ ਦੀ ਇੱਛਾ ਲੈ ਕੇ ਸਰੀਰ ਤਿਆਗਦਾ ਹੈ ਤੇ ਗੁਰੂ ਕੁਲ ਵਿੱਚ ਉਹਦਾ ਜਨਮ ਹੁੰਦਾ ਜੀ। ਉਹ ਹੁਣ ਕਥਾ ਸੁਣਨੀ ਆਪਾਂ। ਹਾਂਜੀ। ਹੋਵੈ ਅਨੁਸਾਰੀ ਵਾਸ਼ਨਾ, ਪ੍ਰਗਟਿਓ ਆਪਣੀ ਚਾਹੇ। ਹੋਵੈ ਅਨੁਸਾਰੀ ਵਾਸ਼ਨਾ, ਜਿਹੋ ਜੀ ਉਹਦੀ ਇੱਛਾ ਸੀ ਨਾ, ਆਪਣੀ ਇੱਛਾ ਅਨੁਸਾਰ ਉਹ ਗੁਰੂ ਘਰ ਵਿੱਚ ਪ੍ਰਗਟ ਹੋਇਆ, ਭਾਵ ਉਹਦਾ ਜਨਮ ਹੋਇਆ ਜੀ। ਹਾਂਜੀ। ਚੌਪਈ। ਸ਼੍ਰੀ ਗੁਰ ਅਮਰਦਾਸ ਕੇ ਆਨੰਦ। ਧੰਨ ਸੱਚੇ ਪਾਤਸ਼ਾਹ ਜਗਤ ਗੁਰੂ ਸ਼੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪੁੱਤਰ। ਹਾਂਜੀ। ਪ੍ਰਥਮ ਭਏ ਦੁਐ ਸ਼ੁਭ ਜਨ ਚੰਦ। ਉਹ ਕੌਣ ਨੇ? ਦੋ ਪੁੱਤਰ ਨੇ ਮਹਾਰਾਜ ਦੇ ਘਰ ਵਿੱਚ ਜੀ। ਹਾਂਜੀ। ਭਇਓ ਬਡੋ ਮੋਹਨ ਤਿਸ ਨਾਮ। ਜਿਹੜੇ ਵੱਡੇ ਨੇ ਉਹਨਾਂ ਦਾ ਨਾਮ ਹੈ ਬਾਬਾ ਮੋਹਨ ਜੀ। ਹਾਂਜੀ। ਪਰਮ ਵਿਰਾਗਵਾਨ ਨਿਸ਼ਕਾਮ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਬਾਬਾ ਮੋਹਨ ਜੀ ਜਿਹੜੇ ਆ ਨਾ, ਉਹ ਬੜੇ ਬੈਰਾਗੀ ਹਨ, ਕਿਸੇ ਨਾਲ ਗੱਲਬਾਤ ਨਹੀਂ ਕਰਦੇ, ਚੁੱਪ ਚੁੱਪ ਰਹਿੰਦੇ ਆ, ਨਾਮ ਜਪਦੇ ਰਹਿੰਦੇ ਆ। ਹੁਣ ਤੁਸੀਂ ਅੰਦਾਜ਼ਾ ਲਾਓ, ਗੁਰੂ ਅਮਰਦਾਸ ਜੀ ਦੇ ਘਰ ਪੁੱਤਰ ਬਣ ਕੇ ਪੈਦਾ ਹੋਏ, ਕੋਈ ਛੋਟੀ ਆਮ ਰੂਹ ਤੇ ਹੋਣੀ ਨਹੀਂ ਹੈ ਜੀ। ਹਾਂਜੀ।
ਗਿਆਨਾਨੰਦ ਮਹਿ ਸਦਾ ਬਿਲਾਸ ਹੈ। ਬਾਬਾ ਮੋਹਨ ਜੀ ਸਦਾ ਗਿਆਨ ਦੀ ਅਵਸਥਾ ਵਿੱਚ ਰਹਿੰਦੇ ਜੀ, ਟਿਕੇ ਰਹਿੰਦੇ ਜੀ। ਹਾਂਜੀ, ਉਰ ਬੇਕਾਰ ਕੋ ਲੇਸ ਨਾ ਤਸ ਹੈ। ਉਹਨਾਂ ਦੇ ਹਿਰਦੇ ਵਿੱਚ ਵਿਕਾਰ ਲੇਸ਼ ਮਾਤਰ ਜਿੰਨਾ ਵੀ ਨਹੀਂ ਹੈਗਾ ਜੀ। ਕੋਈ ਕਾਮ ਦਾ ਫੁਰਨਾ ਨਹੀਂ, ਕੋਈ ਲੋਭ ਦਾ ਫੁਰਨਾ ਨਹੀਂ, ਕੋਈ ਮੋਹ ਦਾ ਫੁਰਨਾ ਨਹੀਂ। ਹਾਂਜੀ, ਵੱਡ ਅਵਧੂਤ ਏਕਾਕੀ ਰਹਿ। ਬਸ ਇਕੱਲੇ ਹੀ ਰਹਿੰਦੇ ਜੀ। ਜਿਵੇਂ ਪੁਰਾਣੇ ਫਕੀਰ ਸਾਧੂ ਆਪਾਂ ਵੇਖਦੇ ਇਕੱਲੇ ਰਹਿੰਦੇ ਸਨ, ਉਵੇਂ ਬਾਬਾ ਮੋਹਨ ਜੀ ਇਕੱਲੇ ਹੀ ਰਹਿੰਦੇ। ਹੁਣ ਤੁਸੀਂ ਹਿਸਾਬ ਲਾਓ, ਗੁਰੂ ਅਮਰਦਾਸ ਜੀ ਦੇ ਕੋਲ ਹਜ਼ਾਰਾਂ ਹੀ ਸੰਗਤਾਂ ਆਉਂਦੀਆਂ ਜੀ। ਹਾਂਜੀ, ਕਿੰਨੀ ਰੌਣਕ ਲੱਗੀ ਰਹਿੰਦੀ ਜੀ। ਪਰ ਮਹਾਰਾਜ ਦੇ ਵੱਡੇ ਪੁੱਤਰ ਬਾਬਾ ਮੋਹਨ ਜੀ ਇਕੱਲੇ ਹੀ ਰਹਿੰਦੇ ਜੀ। ਹਾਂਜੀ, ਕਹਿਤੇ ਸੁਨੇ ਨਾ ਮੁਖ ਤੇ ਕਹੈ। ਨਾ ਕਿਸੇ ਨਾਲ ਮਹਾਰਾਜ ਗੱਲ ਕਰਦੇ ਆ ਵਾਹਿਗੁਰੂ ਬਾਬਾ ਮੋਹਨ ਜੀ, ਤੇ ਨਾ ਕਿਸੇ ਦੀ ਗੱਲ ਸੁਣਦੇ ਜੀ। ਕਈਆਂ ਝੰਡਟ ਹੀ ਮਕਾਇਆ ਹੁੰਦਾ ਜੀ ਸਾਰਾ। ਹਾਂਜੀ, ਮੌਨ ਧਰੇ ਥਿਰਤਾ ਗਹਿ। ਜੇ ਕਿਤੇ ਸੰਗਤ ਵਿੱਚ ਆ ਵੀ ਜਾਂਦੇ ਨਾ, ਤੇ ਬਾਬਾ ਮੋਹਨ ਜੀ ਚੁੱਪ ਹੀ ਰਹਿੰਦੇ ਸਨ ਜੀ। ਹਾਂਜੀ, ਸ਼ੁਭ ਗੁਣ ਗਨ ਕੋ ਮੰਦਰ ਅਹੈ। ਮੌਨ ਧਾਰ ਕੇ ਟਿਕੇ ਰਹਿਣਾ ਜੀ, ਸਰੀਰ ਨੂੰ ਹਿਲਾਉਣਾ ਜਲਾਉਣਾ ਨਹੀਂ ਜੀ। ਹੋਰ ਵੀ ਬੜੇ ਗੁਣ ਨੇ ਜੀ ਬਾਬਾ ਮੋਹਨ ਜੀ ਵਿੱਚ। ਹਾਂਜੀ, ਨਹਿਨ ਪ੍ਰਬਿਰਤੀ ਮਹਿ ਚਿਤ ਜਾਹੀ। ਹਾਂਜੀ, ਸਦਾ ਸ਼ਾਂਤ ਰਸ ਸਵਾਦ ਸੋ ਗ੍ਰਾਹੀ। ਸੋ ਸਦਾ ਸ਼ਾਂਤ ਰਸ ਰਹਿੰਦੇ ਜੀ, ਸ਼ਾਂਤ ਰਸ ਰਹਿੰਦੇ ਆ। ਪਰਿਵਾਰ 'ਚ ਬੱਚਿਆਂ ਦਾ ਸੁਭਾਅ ਹੁੰਦਾ ਜੀ ਆਪੋ ਆਪਣਾ। ਕਈਆਂ ਦੇ ਅੰਦਰ ਦੀ ਜਿਹੜੀ ਰੂਹ ਹੈ ਨਾ, ਉਹ ਆਪਣੇ ਵੱਖਰੇ ਕਿਸਮ ਦੀ ਹੁੰਦੀ ਆ ਜੀ। ਹਾਂਜੀ, ਦੁਤੀਏ ਮੋਹਰੀ ਮਹਾ ਸੁਜਾਨ। ਦੂਜੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਪੁੱਤਰ ਦਾ ਨਾਮ ਹੈ, ਗੁਰੂ ਅਮਰਦਾਸ ਜੀ ਦੇ ਦੂਸਰੇ ਪੁੱਤਰ ਦਾ ਨਾਮ ਹੈ ਬਾਬਾ ਮੋਹਰੀ ਜੀ, ਜਿਹੜੇ ਬੜੇ ਸਿਆਣੇ ਹਨ। ਹਾਂਜੀ, ਜਗ ਵਿਵਹਾਰ ਬਿਖੈ ਬੁੱਧਵਾਨ। ਜਗਤ ਦੇ ਕੰਮਾਂ ਕਾਜਾਂ ਵਿੱਚ ਉਹ ਬੜੇ ਬੁੱਧੀ ਰੱਖਦੇ ਜੀ, ਸੰਸਾਰੀ ਬਿਰਤੀ। ਕਈ ਵੇਖੋ ਬੱਚੇ ਸ਼ੁਰੂ ਤੋਂ ਹੀ ਮਾਪਿਆਂ ਨੂੰ ਸਲਾਹ ਦੇਣ ਲੱਗ ਪੈਂਦੇ ਜੀ, ਉਹਨਾਂ ਦਾ ਧਿਆਨ ਇਸ ਪਾਸੇ ਹੁੰਦਾ ਜੀ। ਉਹ ਸੰਸਾਰੀ ਕੰਮਾਂ ਵਿੱਚ ਬੜੇ, ਜਿਹਨੂੰ ਕਹਿੰਦੇ ਸਾਵਧਾਨ, ਇੰਟੈਲੀਜੈਂਟ ਉਹ ਨੇ। ਹਾਂਜੀ, ਇਸਕੇ ਪੁੱਤਰ ਪ੍ਰਥਮ ਨਿਪਜਿਓ। ਤੇ ਬਾਬਾ ਮੋਹਰੀ ਜੀ ਦੇ ਘਰ ਵਿੱਚ ਪਹਿਲਾ ਪੁੱਤਰ ਪੈਦਾ ਹੋਇਆ ਜੀ। ਹਾਂਜੀ, ਨਾਮ ਅਰਥ ਮਲ ਤਹਿ ਤਰ ਦਇਓ। ਉਹਦਾ ਨਾਮ ਸੀ ਬਾਬਾ ਅਰਥਮਲ। ਗੱਜ ਕੇ ਆਖੋ ਵਾਹਿਗੁਰੂ। ਬਾਬਾ ਅਰਥਮਲ ਜੀ ਉਹੋ ਹੀ ਫਿਰ ਜਿਹੜੇ ਗੁਰੂ ਅਰਜਨ ਸਾਹਿਬ ਜੀ ਨੂੰ ਲਾਹੌਰ ਜਾ ਕੇ ਮਿਲੇ ਸਨ ਜੀ। ਅੱਗੇ ਕਥਾ ਆਏਗੀ। ਹਾਂਜੀ, ਪਰਮ ਭਗਤ ਗੁਣ ਗਨ ਅਨੁਸਾਰੀ। ਬੜੇ ਭਗਤੀ ਵਾਲੇ ਨੇ ਬਾਬਾ ਅਰਥਮਲ ਜੀ, ਮਹਾਰਾਜ ਦੇ ਪੋਤਰੇ ਨੇ ਜੀ ਗੁਰੂ ਅਮਰਦਾਸ ਜੀ ਦੇ। ਬੜੇ ਭਗਤੀ ਵਾਲੇ, ਬੜੇ ਗੁਣਵਾਨ ਨੇ। ਹਾਂਜੀ, ਗੁਰ ਕੁਲ ਮਹਿ ਉਪਜਿਓ ਵੱਡ ਭਾਗੀ। ਕਵੀ ਸੰਤੋਖ ਸਿੰਘ ਜੀ ਕਹਿੰਦੇ ਆ, ਗੁਰੂ ਦੀ ਕੁੱਲ ਵਿੱਚ ਜਨਮ ਹੋਇਆ ਜੀ। ਛੋਟੀ ਗੱਲ ਥੋੜੀ ਹੈ ਜੀ। ਗੁਰੂ ਦੀ ਕੁੱਲ ਵਿੱਚ, ਗੁਰੂ ਘਰ ਵਿੱਚ ਪੋਤਰਾ ਬਣ ਕੇ ਪੈਦਾ ਹੋਣਾ ਬੜੇ ਵੱਡੇ ਭਾਗਾਂ ਦੀ ਗੱਲ ਹੈ। ਹਾਂਜੀ, ਤਿਸ ਪੀਛੇ ਸੋ ਜੋਗੀ ਆਏ। ਉਹਨਾਂ ਤੋਂ ਬਾਅਦ ਫਿਰ ਬਾਬਾ ਮੋਹਰੀ ਜੀ ਦੇ ਘਰ ਦੂਜਾ ਪੁੱਤਰ ਪੈਦਾ ਹੋਇਆ ਜੀ। ਕਿਹੜਾ ਪੁੱਤਰ ਜੀ? ਉਹ ਜੋਗੀ ਆਇਆ ਜੀ। ਗੱਜ ਕੇ ਆਖੋ ਵਾਹਿਗੁਰੂ। ਉਹ ਜੋਗੀ ਆਇਆ ਜੀ। ਹਾਂਜੀ, ਜਨਮਿਓ ਮਹਦ ਮੋਦ ਉਪਜਾਏ। ਉਹਦੇ ਮਨ 'ਚ ਆਨੰਦ ਦੀ ਇੱਛਾ ਸੀਗੀ, ਤੇ ਗੁਰੂ ਅਮਰਦਾਸ ਜੀ ਦੇ ਘਰ 'ਚ ਪੋਤਰਾ ਬਣ ਕੇ ਜਨਮਿਆ ਜੀ ਉਹ ਫਿਰ। ਹਾਂਜੀ, ਜਿਨ ਤਪ ਜੋਗ ਕਰਿਓ ਬਹੁ ਕਾਲਾ। ਕਿਉਂ? ਪਿਛਲੇ ਵੇਖੋ, ਇਹਦਾ ਭਾਵ ਲਿਓ, ਗੁਰੂ ਘਰ ਵਿੱਚ ਪੋਤਰੇ ਬਣ ਕੇ ਪੈਦਾ ਹੋਏ ਆ। ਪਿਛਲੇ ਕਿੰਨੇ ਜਨਮ ਦੀ ਭਗਤੀ ਸੀਗੀ ਜੀ ਉਹਨਾਂ ਦੀ। ਰਿੱਧੀਆਂ ਸਿੱਧੀਆਂ ਦੇ ਮਾਲਕ ਸਨ, ਕਈ ਹਜ਼ਾਰਾਂ ਲੋਕ ਚੇਲੇ ਸਨ, ਪਰ ਹੁਣ ਪੋਤਰੇ ਬਣ ਕੇ ਪੈਦਾ ਹੋਏ ਜੀ। ਹਾਂਜੀ, ਜਨਮਿਓ ਸਰਦਾ ਤਰੇ ਬਿਸਾਲਾ। ਜਨਮ ਤੋਂ ਹੀ ਬੜੇ ਸ਼ਰਧਾਲੂ ਰਹੇ ਜੀ ਫਿਰ ਜੀ ਗਏ। ਹਾਂਜੀ, ਪਾਏ ਗਿਆਨ ਕੋ ਲਹਿਓ ਆਨੰਦ। ਹੁਣ ਫਿਰ ਗੁਰੂ ਘਰ ਵਿੱਚ ਜਨਮ ਲੈ ਕੇ ਉਹਨਾਂ ਨੂੰ ਆਨੰਦ ਮਿਲਣਾ ਜੀ। ਹਾਂਜੀ, ਇਹੀ ਬਾਸਨਾ ਭਲੀ ਮੁਕੰਦ। ਜਨਮ ਦੀ ਇੱਛਾ ਕੀ ਹੈ? ਵੀ ਮੈਨੂੰ ਆਨੰਦ ਮਿਲੇ। ਪਿਆਰਿਓ,
ਇਹ ਬੜਾ ਹੀ ਲੰਮਾ ਚੌੜਾ ਚੱਕਰ ਹੈ। ਜਿਨ੍ਹਾਂ ਦੀ ਭਗਤੀ ਜਿਸ ਤਰ੍ਹਾਂ ਦੀ ਹੁੰਦੀ ਹੈ ਪਿਛਲੇ ਜਨਮਾਂ ਦੀ, ਉਸ ਭਗਤੀ ਦੇ ਅਨੁਸਾਰ ਜਨਮ ਤੋਂ ਉਹ ਉਹੋ ਜਿਹੇ ਕਾਰਜ ਆਰੰਭ ਕਰ ਦਿੰਦੇ ਜੀ। ਜਨਮ ਤੋਂ ਉਹ ਕਾਰਜ ਆਰੰਭ ਕਰ ਦਿੰਦੇ ਜੀ। ਔਰ ਭਗਤੀ ਵਾਲੀਆਂ ਰੂਹਾਂ ਕਈ ਵਾਰੀ ਜਿਨ੍ਹਾਂ ਦੇ ਘਰ 'ਚ ਜਨਮ ਲੈਂਦੀਆਂ ਨੇ ਨਾ, ਪਹਿਲਾਂ ਕਈ ਸਾਲ ਉਹਨਾਂ ਘਰ ਸੰਤਾਨ ਨਹੀਂ ਹੁੰਦੀ ਜੀ। ਫਿਰ ਜਦੋਂ ਸੰਤਾਨ ਰੱਬ ਭੇਜਦਾ, ਬੜੀ ਭਗਤੀ ਵਾਲੀ ਭੇਜਦਾ ਜੀ, ਤੇ ਫਿਰ ਹੋਰ ਬਹੁਤ ਲੰਮਾ ਵਿਸਥਾਰ ਹੈ ਜੀ ਇਹਦਾ। ਭਗਤੀ ਵਾਲੀਆਂ ਰੂਹਾਂ ਨੂੰ ਕਈ ਵਾਰੀ ਐਸੀ ਕੁੱਖ ਨਹੀਂ ਮਿਲਦੀ ਜਿਹਦੇ ਰਾਹੀਂ ਉਹਨਾਂ ਨੇ ਜਨਮ ਲੈਣਾ ਹੁੰਦਾ, ਕਿਉਂਕਿ ਕੁੱਖ ਵੀ ਮਹਾਨ ਚਾਹੀਦੀ ਹੈ ਜੀ। ਇਸੇ ਕਰਕੇ ਇੱਕ ਇਸਤਰੀ ਜਿੰਨਾ ਨਾਮ ਜਪੇਗੀ ਓਨੀ ਉਹਦੇ ਘਰ ਵਧੀਆ ਸੰਤਾਨ ਪੈਦਾ ਹੋਏਗੀ ਜੀ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੇ ਘਰ 'ਚ ਪੋਤਰਾ ਬਣ ਕੇ ਪੈਦਾ ਹੋਏ ਜੀ। ਜਨਮ ਤੋਂ ਇੱਛਾ ਸੀਗੀ ਵੀ ਮੈਨੂੰ ਆਨੰਦ ਮਿਲੇ ਜੀ। ਹਾਂਜੀ। ਗੁਰ ਅੰਤਰ ਜਾਮੀ ਸਭ ਜਾਨਾ, ਪੋਤਰ ਜਨਮ ਕੋ ਸੁਨ ਕਰ ਕਾਨਾ। ਭਾਈ ਬੱਲੂ ਜੀ ਨੇ ਆ ਕੇ ਮਹਾਰਾਜ ਗੁਰੂ ਅਮਰਦਾਸ ਜੀ ਨੂੰ ਵਧਾਈ ਦਿੱਤੀ, ਸੱਚੇ ਪਾਤਸ਼ਾਹ ਵਧਾਈ ਹੋਵੇ, ਮਹਾਰਾਜ ਪੋਤਰੇ ਦਾ ਜਨਮ ਹੋਇਆ। ਤੇ ਮਹਾਰਾਜ ਅੰਤਰਜਾਮੀ ਜਾਣਗੇ ਵੀ ਕੌਣ ਆਇਆ ਹੈ, ਪੋਤਰੇ ਦੇ ਰੂਪ 'ਚ ਕੌਣ ਆਇਆ ਹੈ। ਹਾਂਜੀ। ਬੱਲੂ ਸੌ ਫੁਰਮਾਵਨ ਕਿਓ। ਸੱਚੇ ਪਾਤਸ਼ਾਹ ਮਹਾਰਾਜ ਭਾਈ ਬੱਲੂ ਜੀ ਨੂੰ ਕਹਿਣ ਲੱਗੇ, ਭਾਈ ਬੱਲੂ ਜੀ ਚੌਰ ਸਭ ਕਰਦੇ ਸਨ ਮਹਾਰਾਜ ਦੇ ਸੀਸ ਤੇ। ਹਾਂਜੀ। ਪੁੱਤਰ ਮੋਹਰੀ ਕੇ ਜੋ ਭਇਓ। ਮਹਾਰਾਜ ਗੁਰੂ ਅਮਰਦਾਸ ਸਾਹਿਬ ਕਹਿਣ ਲੱਗੇ, ਬੱਲੂ ਮੋਹਰੀ ਦੇ ਘਰ ਵਿੱਚ ਜਿਹੜਾ ਪੁੱਤਰ ਪੈਦਾ ਹੋਇਆ ਨਾ, ਹਾਂਜੀ, ਤਿਸ ਕੋ ਆਨਹੁ ਨਿਕਟ ਹਮਾਰੇ। ਮਹਾਰਾਜ ਕਹਿੰਦੇ ਉਹਨੂੰ ਸਾਡੇ ਕੋਲ ਸੱਦ, ਲੈ ਕੇ ਆ। ਹਾਂਜੀ। ਜਨਮਿਓ ਜੋ ਆਨੰਦ ਇਛ ਧਾਰੇ। ਮਹਾਰਾਜ ਕਹਿਣ ਲੱਗੇ, ਬੱਲੂ ਆਨੰਦ ਦੀ ਇੱਛਾ ਲੈ ਕੇ ਜੰਮਿਆ, ਆਨੰਦ ਚਾਹੀਦਾ ਇਹਨੂੰ। ਹਾਂਜੀ। ਸੁਨਤ ਦਾਸ ਗਮਨਿਓ ਤੇ ਸਥਾਨਾ। ਪਿਆਰਿਓ ਸਾਨੂੰ ਨਹੀਂ ਪਤਾ ਅਸੀਂ ਪਿਛਲੇ ਜਨਮਾਂ 'ਚ ਕਿਹੜੀ ਇੱਛਾ ਰੱਖੀ, ਕਿਹੜੀ ਵਾਸ਼ਨਾ ਕਰਕੇ ਸਾਡੀ ਮੌਤ ਹੋ ਗਈ, ਕਿਵੇਂ ਜਨਮ ਹੋਇਆ। ਗੁਰੂ ਸਾਹਿਬ ਨੂੰ ਤੇ ਸਾਰਾ ਪਤਾ ਹੈ ਨਾ। ਅੰਤ ਕਾਲ ਨਾਰਾਇਣ ਸਿਮਰੈ, ਉਹ ਸਾਰਾ ਭਗਤ ਜੀ ਦਾ ਸ਼ਬਦ ਹੈ ਜੀ। ਸਮਾਂ ਨਹੀਂ ਮੈਂ ਇੰਨੀ ਜ਼ਿਕਰ ਕਰਾਂ ਸਾਰਾ। ਭਾਈ ਬੱਲੂ ਜੀ ਉਸੇ ਵੇਲੇ ਅੰਦਰ ਗਏ ਜੀ ਜਿੱਥੇ ਬਾਲਕ ਦਾ ਜਨਮ ਹੋਇਆ ਸੀਗਾ। ਹਾਂਜੀ। ਗੁਰ ਫੁਰਮਾਵਨ ਤਨਹੁ ਬਖਾਨਾ। ਤੇ ਦੱਸਿਆ ਬਾਬਾ ਮੋਹਰੀ ਜੀ ਨੂੰ, ਬਾਬਾ ਜੀ ਸ੍ਰੀ ਗੁਰੂ ਅਮਰਦਾਸ ਸਾਹਿਬ ਆਪਣੇ ਪੋਤਰੇ ਨੂੰ ਸੱਦ ਰਹੇ ਆ, ਮੈਂ ਲੈ ਕੇ ਜਾਣਾ। ਹਾਂਜੀ। ਆਇਸ ਮੇਟ ਸਕਹਿ ਨਹਿ ਕੋਈ। ਹੁਣ ਦੋ ਗੱਲਾਂ ਸਨ ਜੀ। ਇੱਕ ਤੇ ਮਹਾਰਾਜ ਕਦੀ ਇਸ ਤਰ੍ਹਾਂ ਛੋਟਾ ਬਾਲਕ ਹੱਥ 'ਚ ਚੁੱਕਦੇ ਹੀ ਨਹੀਂ ਸੀਗੇ ਜੀ। ਇਸ ਗੱਲੋਂ ਵੀ ਹੈਰਾਨ ਸਨ ਵੀ ਇਹਨੂੰ ਹੱਥ 'ਚ ਚੁੱਕਣਗੇ। ਤੇ ਦੂਸਰੀ ਗੱਲ, ਅਜੇ ਤੇ ਜਨਮ ਹੀ ਹੋਇਆ ਸੀ ਉਹਦਾ। ਗੱਜ ਕੇ ਆਖੋ ਵਾਹਿਗੁਰੂ। ਬਾਹਰ ਨਹੀਂ ਸੀ ਲੈ ਕੇ ਜਾਣਾ ਚਾਹੁੰਦੇ, ਪਰ ਮਹਾਰਾਜ ਦਾ ਹੁਕਮ ਹੈ, ਹੁਕਮ ਕੌਣ ਮੋੜੇ ਜੀ। ਹਾਂਜੀ। ਤੁਰਤ ਪ੍ਰਸੂਤ ਮਰਦੁਲ ਸਿਸ ਹੋਈ। ਅਜੇ ਹੁਣੇ ਤੇ ਜਨਮ ਹੋਇਆ ਸੀ, ਕੋਮਲ ਬਾਲਕ ਹੈ ਤੇ ਬੜੇ ਕੋਮਲ ਬਸਤਰਾਂ ਵਿੱਚ ਲਪੇਟਿਆ ਹੋਇਆ ਸੀਗਾ ਜੀ। ਹਾਂਜੀ। ਤੂਲ ਸੋ ਵਸਤਰ ਅਛਾਦਨ ਕਰਿਓ। ਤੇ ਬਸ ਫਿਰ ਰੂ ਦੇ ਨਾਲ ਜੀ, ਕਿਉਂ ਛੋਟਾ ਬਾਲਕ ਹੈ ਨਾ ਜੀ, ਉਹ ਲਪੇਟ ਕੇ ਲੈ ਬੱਲੂ ਨਿਜ ਹੱਥ ਨੇ ਤਰਿਓ। ਤੇ ਭਾਈ ਬੱਲੂ ਨੇ ਆਪਣੇ ਹੱਥ 'ਚ ਫੜ ਲਿਆ ਜੀ। ਵੇਖ ਲਓ ਜਨਮ ਤੋਂ ਹੀ ਜਿਨ੍ਹਾਂ ਹੱਥਾਂ 'ਚ ਚੌਰ ਸਾਹਿਬ ਰਹਿੰਦਾ ਉਹਨਾਂ ਹੱਥਾਂ ਵਿੱਚ ਆ ਗਿਆ ਜੀ ਉਹ ਜੀ। ਭਾਈ ਬੱਲੂ ਜੀ ਆਪਣੇ ਹੱਥ 'ਚ ਲੈ ਲਿਆ ਜੀ। ਹਾਂਜੀ। ਸਨੈ ਸਤਿਗੁਰ ਢਿਗ ਆਨਿਓ। ਬਾਲਕ ਹੱਥ ਵਿੱਚ ਲੈ ਕੇ ਹੌਲੀ ਹੌਲੀ ਗੁਰੂ ਅਮਰਦਾਸ ਜੀ ਦੇ ਕੋਲ ਪਹੁੰਚੇ ਜੀ। ਵੇਖੋ ਕਿਸਮਤ, ਜਨਮ ਹੀ ਹੋਇਆ ਜੀ, ਜਨਮ ਲੈਂਦਿਆਂ ਸਾਰੀ ਗੁਰੂ ਅਮਰਦਾਸ ਜੀ ਦੀ ਗੋਦ ਮਿਲ ਗਈ ਜੀ ਉਹਨੂੰ ਜੀ। ਕਿੱਡੀ ਵੱਡੀ ਕਿਸਮਤ ਜੀ। ਹਾਂਜੀ। ਇਹੋ ਵੱਡ ਭਾਗ ਸਬਨ ਮਨ ਜਾਣਿਓ। ਸਾਰੇ ਜਾਣਦੇ। ਹੁਣ ਕਿਸੇ ਨੂੰ ਕੀ ਪਤਾ ਵੀ ਇਹ ਜੋਗੀ ਹੈ। ਸੰਗਤਾਂ, ਮਹਾਰਾਜ ਦੀ ਨੌਵਾਂ, ਫਿਰ ਗੁਰੂ ਸਾਹਿਬ ਦੇ ਪੁੱਤਰ ਸਾਰੇ ਇਹ ਸੋਚਦੇ ਆ
ਇਹ ਬੱਚਾ ਬੜੇ ਵੱਡੇ ਭਾਗਾਂ ਵਾਲਾ। ਹਾਂਜੀ, ਪ੍ਰਭ ਨੇ ਪੋਤਰ ਲਿਓ ਨਿਜ ਵਾਹ ਵਾਹ। ਗੋਦ। ਧੰਨ ਗੁਰੂ ਅਮਰਦਾਸ ਸਾਹਿਬ, ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਮਹਾਰਾਜ ਨੇ ਆਪਣਾ ਪੋਤਰਾ ਗੋਦੀ ਚ ਲੈ ਲਿਆ ਜੀ। ਹਾਂਜੀ, ਸਭ ਪਰਿਵਾਰ ਮੈਂ ਪਇਓ ਪ੍ਰਮੋਦ। ਕਹਿੰਦੇ ਸਾਰੇ ਪਰਿਵਾਰ 'ਚ ਹੀ ਬੜੀ ਖੁਸ਼ੀ ਹੋਈ ਵੀ ਕਮਾਲ ਹੈ, ਮਹਾਰਾਜ ਤਾਂ ਕਿਸੇ ਬਾਲਕ ਨੂੰ ਇਸ ਤਰ੍ਹਾਂ ਲੈਂਦੇ ਹੀ ਨਹੀਂ। ਹਾਂਜੀ, ਬੱਲੂ ਸੋ ਬੋਲੇ ਭਗਵੰਤ। ਤੇ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਪੋਤਰੇ ਨੂੰ ਗੋਦੀ 'ਚ ਲੈ ਕੇ ਨਾ ਤੇ ਭਾਈ ਬੱਲੂ ਨੂੰ ਗੱਲਾਂ ਕਰਨ, ਭਾਈ ਬੱਲੂ ਨੂੰ ਕਹਿਣ ਲੱਗੇ। ਹਾਂਜੀ, ਇਹ ਅਵਤਰਿਓ ਬਡੋ ਸੁਭ ਸੰਤ। ਮਹਾਰਾਜ ਕਹਿਣ ਲੱਗੇ ਬੱਲੂ ਸੰਤ ਪੈਦਾ ਹੋਇਆ, ਕਹਿਣ ਲੱਗੇ ਸੰਤ ਪੈਦਾ ਹੋਇਆ। ਹਾਂਜੀ, ਰਿਦ ਆਨੰਦ ਕੀ ਇੱਛਾ ਜਾਹੂ। ਇਹਦੇ ਮਨ 'ਚ ਨਾ ਆਨੰਦ ਦੀ ਇੱਛਾ ਸੀਗੀ, ਮਹਾਰਾਜ ਕਹਿਣ ਲੱਗੇ। ਹਾਂਜੀ, ਲੀਨ ਜਨਮ ਹਮਰੇ ਕੁਲ ਮਾਹੂ। ਇਸ ਕਰਕੇ ਸਾਡੀ ਕੁੱਲ ਵਿੱਚ ਆਇਆ, ਮਹਾਰਾਜ ਕਹਿਣ ਲੱਗੇ। ਹਾਂਜੀ, ਇਸ ਕੋ ਨਾਮ ਆਨੰਦ ਤਰੀਜੈ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਨੰਦ ਲੈਣਾ ਚਾਹੁੰਦਾ ਸੀ, ਤੇਰਾ ਨਾਮ ਹੀ ਆਨੰਦ ਹੈ, ਕਹਿਣ ਲੱਗੇ। ਉਹਦਾ ਨਾਮ ਆਨੰਦ ਰੱਖਿਆ ਸੱਚੇ ਪਾਤਸ਼ਾਹ ਜੀ ਨੇ। ਹਾਂਜੀ, ਮਹਾਪੁਰਖ ਹੋਏ ਗੁਣ ਸਭ ਲੀਜੈ। ਮਹਾਰਾਜ ਕਹਿਣ ਲੱਗੇ ਇਹਦੇ ਵਿੱਚ ਬਹੁਤ ਵੱਡੇ ਮਹਾਂਪੁਰਖ ਦੇ ਗੁਣ ਹੋਣਗੇ ਸਾਰੇ, ਕਹਿਣ ਲੱਗੇ। ਤੇ ਬਾਬਾ ਆਨੰਦ ਜੀ ਦਾ 6ਵੇਂ ਪਾਤਸ਼ਾਹ ਬੜਾ ਸਤਿਕਾਰ ਕਰਦੇ ਰਹੇ ਜੀ। ਇੱਕ ਵਾਰੀ ਪਾਲਕੀ ਭੇਜੀ ਮਹਾਰਾਜ ਨੇ ਤੇ ਬਾਬਾ ਆਨੰਦ ਜੀ ਨੂੰ ਚੇਚਾ ਸੱਦਿਆ ਤੇ ਬਾਬਾ ਆਨੰਦ ਜੀ ਨੂੰ ਪ੍ਰਸ਼ਾਦਾ ਛਕਾਇਆ 6ਵੇਂ ਪਾਤਸ਼ਾਹ ਨੇ ਜੀ। ਮਹਾਰਾਜ ਕਹਿੰਦੇ ਇਹਦੇ ਚ ਬੜੇ ਵੱਡੇ ਮਹਾਂਪੁਰਖ ਦੇ ਗੁਣ ਹੋਣਗੇ। ਹਾਂਜੀ, ਹਮ ਵੀ ਇਸ ਕੋ ਦੇਹ ਉਪਾਇਨ। ਮਹਾਰਾਜ ਕਹਿਣ ਲੱਗੇ ਅਸੀਂ ਵੀ ਇਹਨੂੰ ਤੋਹਫਾ ਭੇਟਾ ਦਿਆਂਗੇ। ਬੱਚੇ ਨੂੰ ਗਿਫਟ ਦਿੰਦੇ, ਕੋਈ ਲੀੜੇ ਲੈ ਆਉਂਦਾ ਜੀ। ਦਾਦਾ ਦਾਦੀ ਕੀ ਕਰਦੇ ਜੀ, ਉਹਨੂੰ ਚਾਂਦੀ ਦੇ ਜਾਂ ਹੋਰ ਇਹੋ ਜਿਹੇ ਆਭੂਸ਼ਣ ਬਣਾ ਕੇ ਦਿੰਦੇ, ਗਹਿਣੇ ਬਣਾ ਕੇ ਦਿੰਦੇ ਜੀ। ਕੋਈ ਪੰਗੂੜਾ ਲੈ ਆਉਂਦਾ ਜੀ, ਕੋਈ ਕੱਪੜੇ, ਕੋਈ ਛਣਕਣਾ, ਕੋਈ ਕੁਝ ਲੈ ਕੇ ਆਉਂਦਾ ਬੱਚੇ ਵਾਸਤੇ। ਮਹਾਰਾਜ ਕਹਿੰਦੇ ਅਸੀਂ ਵੀ ਇਹਨੂੰ ਕੁਝ ਦਿਆਂਗੇ। ਹਾਂਜੀ, ਬਾਨੀ ਸੁੰਦਰ ਕਰਹਿ ਗੁਨਾਇਨ। ਗੱਜ ਕੇ ਆਖੋ ਵਾਹਿਗੁਰੂ। ਤੇ ਗਿਫਟ ਵਿੱਚ, ਨਜ਼ਰਾਨੇ ਵਿੱਚ, ਇਹ ਸਾਡੇ ਘਰ ਜਨਮਿਆ। ਮਹਾਰਾਜ ਕਹਿੰਦੇ ਤੋਹਫੇ ਵਿੱਚ ਅਸੀਂ ਇਹਨੂੰ ਬਾਣੀ ਦਿਆਂਗੇ, ਕਹਿਣ ਲੱਗੇ। ਹਾਂਜੀ, ਨਾਮ ਆਨੰਦ ਤਾਹੇ ਕੋ ਰਾਖੈ। ਤੇ ਉਸ ਬਾਣੀ ਦਾ ਨਾਮ ਹੀ ਆਨੰਦ ਹੀ ਰੱਖਾਂਗੇ। ਗੱਜ ਕੇ ਆਖੋ ਵਾਹਿਗੁਰੂ। ਜਿਹਨੂੰ ਆਪਾਂ ਆਨੰਦ ਸਾਹਿਬ ਕਹਿੰਦੇ ਆ ਜੀ, ਸਤਿਕਾਰ ਨਾਲ। ਮਹਾਰਾਜ ਕਹਿੰਦੇ ਇਹਦਾ ਨਾਮ ਵੀ ਆਨੰਦ, ਤੇ ਜਿਹੜੀ ਬਾਣੀ ਇਹਨੂੰ ਦੇਣੀ ਉਹਦਾ ਨਾਮ ਵੀ ਆਨੰਦ ਹੀ ਹੋਏਗਾ, ਕਹਿਣ ਲੱਗੇ। ਰਾਮ ਕਲੀ ਮਹੱਲਾ ਤੀਜਾ ਆਨੰਦ। ਹਾਂਜੀ, ਇਹ ਮਹਾਰਾਜ ਸੱਚੇ ਪਾਤਸ਼ਾਹ ਨੇ ਆਨੰਦ ਬਾਣੀ ਦਾ ਨਾਮ ਰੱਖਿਆ ਜੀ। ਆਨੰਦ ਸਾਹਿਬ ਤੇ ਅਸੀਂ ਕਹਿੰਦੇ ਆ ਨਾ ਜੀ, ਗੁਰੂ ਗ੍ਰੰਥ ਸਾਹਿਬ 'ਚ ਬਾਣੀ ਦਾ ਨਾਮ ਕੀ ਹੈ? ਆਨੰਦ। ਹਾਂਜੀ, ਮਨ ਕਾਮਨ ਦਾਨੀ ਜੋ ਪਖ ਹੈ। ਮਹਾਰਾਜ ਕਹਿਣ ਲੱਗੇ ਉਹ ਬਾਣੀ ਆਨੰਦ ਇੰਨੀ ਵੱਡੀ ਹੋਏਗੀ, ਉਹਨੂੰ ਪੜਨ ਵਾਲਿਆਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਇਆ ਕਰਨਗੀਆਂ। ਹਾਂਜੀ, ਇਮ ਸਤਿਗੁਰ ਕਹਿ ਬਲ ਸੰਗ। ਇਸ ਤਰ੍ਹਾਂ ਮਹਾਰਾਜ ਨੇ ਭਾਈ ਬੱਲੂ ਜੀ ਨਾਲ ਬਚਨ ਕੀਤਾ। ਸਾਰੇ ਨਾਮ ਸੁਣ ਕੇ ਵੀ ਹੈਰਾਨ ਹੋ ਗਏ ਜੀ। ਝਾਟੀ ਮਹਾਰਾਜ ਨੇ ਨਾਮ ਰੱਖਤਾ ਆਨੰਦ, ਤੇ ਬਾਣੀ ਵੀ ਮਹਾਰਾਜ ਕਹਿੰਦੇ ਇਹਨੂੰ ਦੇਣੀ ਹੈ ਆਨੰਦ ਦੀ। ਹਾਂਜੀ, ਲੱਗੇ ਬਨਾਵਨ ਗਿਰਾ ਉਮੰਗ। ਸੱਚੇ ਪਾਤਸ਼ਾਹ ਮਹਾਰਾਜ ਨੇ ਬਾਬਾ ਆਨੰਦ ਜੀ ਨੂੰ ਹੱਥਾਂ 'ਚ ਲਿਆ, ਗੋਦ 'ਚ ਲਿਆ। ਅਜੇ ਕੁਝ ਸਮਾਂ ਹੋਇਆ ਜਨਮ ਹੋਏ ਨੂੰ, ਤੇ ਗੋਦ ਵਿੱਚ ਲੈ ਕੇ ਆਪ ਰੱਬ, ਆਪ ਪਰਮੇਸ਼ਰ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਬਾਣੀ ਪੜਨ ਲੱਗ ਪਏ ਜੀ। ਉਸ ਸਮੇਂ ਧੁਰ ਕੀ ਬਾਣੀ ਮਹਾਰਾਜ ਦੀ ਰਸਨਾ ਤੇ ਆਈ ਜੀ। ਹਾਂਜੀ, ਪੋਤਰ ਗੋਦ ਚਿਤ ਮੋਦ ਧਰੰਤੇ। ਬੜਾ ਮੋਦ ਪ੍ਰਸੰਨਤਾ ਧਾਰਨ ਕਰਕੇ ਆਪਣੇ ਪੋਤਰੇ ਬਾਬੇ ਆਨੰਦ ਨੂੰ ਮਹਾਰਾਜ ਨੇ ਗੋਦ 'ਚ ਲਿਆ ਜੀ। ਹਾਂਜੀ, ਬਾਨੀ ਕੋ ਰਸਨਾ ਉਚਰੰਤੇ। ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਬਾਣੀ ਉਚਾਰਦੇ ਆ। ਰਾਮ ਕਲੀ ਮਹੱਲਾ ਤੀਜਾ। ਬਾਣੀ ਦਾ ਕੀ ਨਾਮ ਹੈ? ਆਨੰਦ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਲੈਣਾ ਸੀਗਾ। ਬਾਣੀ ਦਾ ਨਾਮ ਵੀ ਆਨੰਦ,
ਬਾਣੀ ਦਾ ਸ਼ੁਰੂਆਤੀ ਪਹਿਲਾ ਅੱਖਰ ਵੀ ਆਨੰਦ ਹੀ ਹੈ ਜੀ। ਆਨੰਦ ਭਇਆ ਮੇਰੀ ਮਾਏ, ਆਨੰਦ ਭਇਆ ਮੇਰੀ ਮਾਏ, ਵਾਹ ਵਾਹ ਗੱਜ ਕੇ। ਆਨੰਦ ਭਇਆ ਮੇਰੀ ਮਾਏ, ਆਨੰਦ ਭਇਆ ਮੇਰੀ ਮਾਏ, ਆਨੰਦ ਭਇਆ ਮੇਰੀ ਮਾਏ, ਆਨੰਦ ਭਇਆ ਮੇਰੀ ਮਾਏ, ਵਾਹ ਵਾਹ। ਕਿਵੇਂ ਪਿਆ? ਸਤਿਗੁਰੂ ਮੈਂ ਪਾਇਆ, ਸਤਿਗੁਰੂ ਮੈਂ ਪਾਇਆ, ਸਤਿਗੁਰੂ ਮੈਂ ਪਾਇਆ, ਸਤਿਗੁਰੂ ਮੈਂ ਪਾਇਆ, ਮੇਰੀ ਮਾਏ। ਕੀ ਮੈਨੂੰ ਮਿਲਿਆ? ਆਨੰਦ। ਕਦੋਂ ਮਿਲਿਆ? ਜਦੋਂ ਸਤਿਗੁਰੂ ਜੀ ਦੀ ਪ੍ਰਾਪਤੀ ਹੋ ਗਈ ਜੀ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰੀ ਇਹ ਬਾਣੀ ਫਿਰ ਨਾ ਜੀ ਬਾਬਾ ਜੀ ਨੂੰ ਆਪਣੀ ਗੋਦ 'ਚ ਲੈ ਕੇ ਪੜ੍ਹੀ ਜੀ। ਹਾਂਜੀ। ਪੌੜੀ ਕਰੀ ਦੋਏ ਕੰਮ ਚਾਲੀ, ਪੌੜੀ ਕਰੀ ਦੋਏ ਕੰਮ ਚਾਲੀ, ਗੱਜ ਕੇ ਆਖੋ ਵਾਹਿਗੁਰੂ। 38 ਪੌੜੀਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰੀਆਂ ਜੀ। ਹਾਂਜੀ। ਨਿਜ ਪੋਤਰੈ ਪਰਥਾਏ ਬੈਸਾਲੀ, ਆਪਣੇ ਪੋਤਰੇ ਦੇ ਪਰਥਾਏ ਸੱਚੇ ਪਾਤਸ਼ਾਹ ਜੀ ਨੇ ਉਚਾਰੀਆਂ। ਉਂਝ ਇੱਥੇ 38 ਲਿਖੀਆਂ, ਸ੍ਰੀ ਆਨੰਦ ਸਾਹਿਬ ਜੀ ਦੀਆਂ 40 ਪੌੜੀਆਂ ਹਨ ਜੀ। ਹਾਂਜੀ। ਪੋਤਰ ਸੁਬਾਨੀ ਕੋ ਆਨੰਦ, ਤੇ ਜਿਵੇਂ ਪੋਤਰੇ ਦਾ ਨਾਮ ਆਨੰਦ ਰੱਖਿਆ ਨਾ ਮਹਾਰਾਜ ਨੇ, ਹਾਂਜੀ, ਨਾਮ ਧਰਿਓ ਗੁਰ ਪਇਓ ਆਨੰਦ। ਤੇ ਗੁਰੂ ਸਾਹਿਬ ਆਪ ਵੀ ਆਨੰਦ ਚ ਆ ਗਏ ਤੇ ਬਾਣੀ ਵੀ ਆਨੰਦ ਦੀ ਰਚੀ ਮਹਾਰਾਜ ਨੇ ਜੀ। ਹਾਂਜੀ। ਪੁਨ ਬੱਲੂ ਕੋ ਦੀਨਸ ਬਾਲਕ, ਸਾਰੀ ਬਾਣੀ ਪੜ੍ਹ ਕੇ 40 ਪੌੜੀਆਂ ਪੜ੍ਹ ਕੇ ਵੇਖੋ ਉਹਦੇ ਚ ਕਿੱਡੀਆਂ ਕਿੱਡੀਆਂ ਸੋਹਣੀਆਂ ਪੰਕਤੀਆਂ ਆਉਂਦੀਆਂ। ਮਨ ਚਾਉ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਓ ਮੰਗਲ ਨਿਤ ਸਖੀਏ, ਸੋਗ ਦੁਖ ਨ ਵਿਆਪੇ, ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਪਿਰ ਜਾਪੇ, ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ, ਕਹੈ ਨਾਨਕ ਪ੍ਰਭ ਆਪ ਮਿਲਿਆ, ਕਰਨ ਕਾਰਣ ਜੋਗੋ। ਬੜੀ ਆਨੰਦ ਵਾਲੀ ਬਾਣੀ ਹੈ। ਇੱਕ ਸਿੰਘ ਮਹਾਂਪੁਰਖਾਂ ਨੂੰ ਕਹਿਣ ਲੱਗਾ ਜੀ ਮੈਨੂੰ ਆਨੰਦ ਨਹੀਂ ਪ੍ਰਾਪਤ ਹੁੰਦਾ। ਕਹਿੰਦੇ ਆਨੰਦ ਸਾਹਿਬ ਪੜ੍ਹਿਆ ਕਰ। ਉਹ ਆਨੰਦ ਸਾਹਿਬ ਹੀ ਪੜ੍ਹਨ ਲੱਗ ਪਿਆ ਤੇ ਆਨੰਦ 'ਚ ਹੀ ਹੋ ਗਿਆ ਜੀ। ਫਿਰ ਉਹ ਵੀ ਆਨੰਦ 'ਚ ਹੀ ਹੋ ਗਿਆ ਜੀ। ਅਸਲ ਵਿੱਚ ਮੈਨੂੰ ਮਾਫ ਕਰਿਓ, ਅਸੀਂ ਆਨੰਦ ਸਾਹਿਬ ਨੂੰ ਆਨੰਦ ਦੇ ਨਾਲ ਪੜ੍ਹਦੇ ਹੀ ਨਹੀਂ ਜੀ, ਪੜ੍ਹਦੇ ਹੀ ਨਹੀਂ ਜੀ। 5 ਪੌੜੀਆਂ ਹਰ ਗੁਰੂ ਘਰ ਵਿੱਚ ਪੜ੍ਹੀਆਂ ਹੀ ਜਾਂਦੀਆਂ ਲਗਭਗ। ਉਂਝ 40 ਪੜ੍ਹਨ ਦੀ ਮਰਜ਼ਾਦਾ ਹੈ, ਪਰ ਕੀਰਤਨੀਏ ਹੋਰ ਕਿਸੇ ਕਾਰਜ ਦੀ ਅਸੀਂ ਕਾਰਜ ਵਾਸਤੇ ਕਥਾ ਦੀ ਸਮਾਪਤੀ ਤੋਂ ਬਾਅਦ, ਦੀਵਾਨਾਂ ਦੀ ਸਮਾਪਤੀ ਤੋਂ ਬਾਅਦ ਜਿੰਨਾ ਚਿਰ ਤੱਕ ਆਨੰਦ ਸਾਹਿਬ ਨਹੀਂ ਹੋ ਜਾਂਦਾ ਭੋਗ ਨਹੀਂ ਪੈ ਸਕਦਾ ਜੀ। ਕਿਉਂ? ਇਸ ਗੱਲ ਦਾ ਸੂਚਕ ਹੈ ਸਿੱਖਾ ਤੇਰੀ ਮੰਜ਼ਿਲ ਆਨੰਦ ਹੈ। ਜਿੰਨਾ ਚਿਰ ਤੱਕ ਆਨੰਦ ਨਹੀਂ ਹੋ ਜਾਂਦਾ ਉਹਨਾਂ ਚਿਰ ਤੱਕ ਭੋਗ ਨਹੀਂ ਪਏਗਾ ਜੀ। ਉਂਝ ਬੱਚਿਆਂ ਨੂੰ ਇਹ ਬਾਣੀ ਬੜੀ ਚੰਗੀ ਲੱਗਦੀ ਜੀ। ਉਹ ਗੁਰਮੁਖ ਪਿਆਰੇ ਬੈਠੇ, ਉਹਨਾਂ ਬੱਚਿਆਂ ਨੂੰ ਪੁੱਛਿਆ ਤੁਹਾਨੂੰ ਕਿਹੜੀ ਬਾਣੀ ਚੰਗੀ ਲੱਗਦੀ? ਕਹਿੰਦੇ ਜੀ ਆਨੰਦ ਸਾਹਿਬ।
ਉਹ ਕਹਿੰਦੇ ਆਨੰਦ ਸਾਹਿਬ ਕਿਉਂ ਚੰਗਾ ਲੱਗਦਾ? ਕਹਿੰਦੇ ਉਹਦਾ ਕਾਰਨ ਇਹ ਹੈ, ਜਦੋਂ ਇਹ ਹੋ ਜਾਂਦਾ ਭੋਗ ਪੈ ਜਾਂਦਾ ਫਿਰ ਲੰਗਰ ਛਕਣ ਨੂੰ ਮਿਲਦਾ ਹੈ। ਅਸੀਂ ਅੰਦਾਜ਼ਾ ਲਾ ਲੈਂਦੇ ਵੀ ਹੁਣ ਲੰਗਰ ਮਿਲਣ ਹੀ ਵਾਲਾ ਹੈ, ਆਨੰਦ ਸਾਹਿਬ ਲੱਗ ਗਿਆ। ਪਰ ਇਹ ਆਨੰਦ ਅੰਦਰ ਦੀ ਖੇਡ ਹੈਗੀ ਹੈ, ਸਾਰੀ ਸਾਰੀ ਅੰਦਰ ਦੀ ਖੇਡ ਹੈ। ਹਾਂਜੀ। ਲੈ ਘਰ ਕੋ ਗਮਨਿਓ ਤਤ ਕਾਲਕ। ਮਹਾਰਾਜ ਨੇ ਫਿਰ ਉਹ ਬਾਬੇ ਆਨੰਦ ਨੂੰ ਆਨੰਦ ਸਾਹਿਬ ਦਾ ਗਿਫਟ ਦੇ ਕੇ ਨਾ ਬਾਬੇ ਬੱਲੂ ਨੂੰ ਦੇਤਾ ਵੀ ਜਾਓ ਘਰਦਿਆਂ ਨੂੰ ਦੇ ਦਿਓ। ਹਾਂਜੀ। ਤਿਸ ਮਾਤਾ ਕੀ ਦਿਓ ਸੋ ਗੋਦ। ਤਿਸ ਮਾਤਾ ਕੀ ਦਿਓ ਸੋ ਗੋਦ, ਜਾ ਕੇ ਬੱਚੇ ਦੀ ਮਾਂ ਨੂੰ ਦੇ ਦਿੱਤਾ ਜੀ, ਬਾਬਾ ਆਨੰਦ ਜੀ ਦੇ ਮਾਤਾ ਜੀ ਨੂੰ ਦੇ ਦਿੱਤਾ। ਹਾਂਜੀ। ਦੇਖ ਪੁੱਤਰ ਕੋ ਮਹਾ ਪ੍ਰਮੋਦ। ਬਸ ਉਸ ਵੇਲੇ ਪਤਾ ਨਹੀਂ ਕੀ ਗੱਲ, ਸਾਰਿਆਂ ਦੇ ਮਨ 'ਚ ਆਨੰਦ ਜਿਹਾ ਹੀ ਛਾ ਗਿਆ ਜੀ ਉਸ ਸਮੇਂ। ਜਬ ਬੱਲੂ ਗੁਰ ਕੇ ਢਿਗ ਆਇਓ। ਤੇ ਭਾਈ ਬੱਲੂ ਜੀ ਜਦੋਂ ਮਹਾਰਾਜ ਜੀ ਦੇ ਚਰਨਾਂ ਵਿੱਚ ਆਏ, ਮੰਗਲ ਮੂਲ ਸੁਭਾਕ ਸੁਨਾਇਓ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨਾ ਭਾਈ ਬੱਲੂ ਜੀ ਨੂੰ ਆਨੰਦ ਦੇਣ ਵਾਲੇ ਬਚਨ ਕਰਨ ਲੱਗੇ ਜੀ। ਹਾਂਜੀ। ਲਿਹੋ ਢੋਲਕ ਅਬ ਆਪਣੇ ਹਾਥ। ਗੱਜ ਕੇ ਆਖੋ ਵਾਹਿਗੁਰੂ। ਫਿਰ ਆਖੋ ਵਾਹਿਗੁਰੂ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਬੱਲੂ ਢੋਲਕੀ ਲੈ ਢੋਲਕੀ। ਹਾਂਜੀ। ਚੜ ਕੋਠੇ ਪਰ ਵੱਡ ਸੁਰ ਸਾਥ। ਢੋਲਕ ਲੈ ਆਪਣੇ ਹੱਥ ਵਿੱਚ ਤੇ ਕੋਠੇ ਤੇ ਚੜ ਜਾ। ਮਹਾਰਾਜ ਕਹਿਣ ਲੱਗੇ ਕੋਠੇ ਤੇ ਚੜ ਜਾ। ਹਾਂਜੀ। ਗਾਵਹੋ ਆਨੰਦ ਬਜਾਵਹੋ ਜਾਵਹੋ। ਤੇ ਕੀ ਕਰਨਾ? ਕੋਠੇ ਤੇ ਚੜ ਕੇ ਉੱਚੀ ਉੱਚੀ ਆਨੰਦ ਸਾਹਿਬ ਨੂੰ ਗਾਉਣਾ ਹੈ। ਤੇ ਬਾਬਾ ਬੱਲੂ ਜੀ ਫਿਰ ਸਤ ਬਚਨ ਕਰਨਾ ਜੀ ਉਹਨਾਂ। ਹਾਂਜੀ। ਹਰ ਖਾਵੋ ਬਹੁ ਨਰਨ ਸੁਨਾਵੋ। ਖੁਸ਼ੀ ਦੇ ਨਾਲ ਆਨੰਦ ਸਾਹਿਬ ਪੜ੍ਹਨਾ ਹੈ, ਗਾਉਣਾ ਹੈ, 40 ਦੀਆਂ 40 ਪੌੜੀਆਂ। ਹਾਂਜੀ। ਇਹੋ ਬਾਣੀ ਸੁੰਦਰ ਗੁਣ ਭਰੀ। ਇਹ ਬਾਣੀ ਬੜੀ ਸੋਹਣੀ ਹੈ ਤੇ ਗੁਣਾਂ ਦੇ ਨਾਲ ਭਰੀ ਹੋਈ ਹੈ। ਹਾਂਜੀ। ਸੁਨਹਿ ਜੋ ਪਾਏ ਕਾਮਨਾ ਧਰੀ। ਜਿਹੜਾ ਕਾਮਨਾ ਧਰ ਕੇ ਇਸ ਬਾਣੀ ਨੂੰ ਸੁਣੇਗਾ, ਗਾਏਗਾ, ਨਿਤ ਇਸ ਪਠਨ ਨੇਮ ਨਿਰਬਾਹੇ। ਉਹਦੀ ਕਾਮਨਾ ਪੂਰੀ ਹੋਏਗੀ। ਗੱਜ ਕੇ ਆਖੋ ਵਾਹਿਗੁਰੂ। ਫਿਰ ਜਿਹੜਾ ਇਹਦਾ ਰੋਜ਼ ਨੇਮ ਕਰੇਗਾ, ਨੇਮ ਨਾਲ ਆਨੰਦ ਸਾਹਿਬ ਜੀ ਦਾ ਪਾਠ ਕਰੇਗਾ, ਅਲਬ ਨ ਵਸਤ ਹੋਤ ਜਿਹ ਚਾਹੇ। ਮਹਾਰਾਜ ਕਹਿਣ ਲੱਗੇ ਇਹੋ ਜੀ ਕੋਈ ਵਸਤੂ ਨਹੀਂ ਹੋਏਗੀ ਜਿਹੜੀ ਉਹਨੂੰ ਨਹੀਂ ਮਿਲੇਗੀ, ਸਭ ਕੁਝ ਮਿਲੇਗਾ। ਹਾਂਜੀ। ਭੁਗਤ ਮੁਕਤ ਕੀ ਇਹ ਫਲਦਾਇਕ। ਇਸ ਬਾਣੀ ਵਿੱਚ ਇੰਨੀ ਤਾਕਤ ਹੋਏਗੀ, ਭੁਗਤੀ ਵੀ ਦੇਗੀ ਤੇ ਮੁਕਤੀ ਵੀ ਦੇਗੀ ਜੀ। ਸੰਸਾਰ ਦੀਆਂ ਜਿਹੜੀਆਂ ਚੀਜ਼ਾਂ ਚਾਹੀਦੀਆਂ ਮਿਲਣਗੀਆਂ, ਜਿਹੜਾ ਰੋਜ਼ ਪਿਆਰ ਨਾਲ ਕਰੇਗਾ, ਤੇ ਮੁਕਤੀ ਵੀ ਮਿਲੇਗੀ। 10ਵੇਂ ਪਾਤਸ਼ਾਹ ਦਾ ਬਚਨ ਹੈ, ਕੋਈ ਕੰਮ ਅੜਿਆ ਹੋਵੇ ਕੜਾ ਪ੍ਰਸ਼ਾਦ ਦੀ ਦੇਗ ਕਰਕੇ 3 ਆਨੰਦ ਸਾਹਿਬ ਦੇ ਪਾਠ ਕਰੋ, ਅਰਦਾਸ ਕਰੋ, ਕੰਮ ਫਤਿਹ ਹੋ ਜਾਏਗਾ। ਮਹਾਰਾਜ ਦਾ ਬਚਨ ਹੈ, ਗੁਰੂ ਸਾਹਿਬ ਜੀ ਦਾ ਬਚਨ ਹੈ ਜੀ। ਹਾਂਜੀ। ਪਾਏ ਪਦਾਰਥ ਸਹਿਜ ਸੁਭਾਇਕ। ਜਿਹੜਾ ਇਹ ਬਾਣੀ ਪੜ੍ਹਿਆ ਕਰੇਗਾ, ਮਹਾਰਾਜ ਕਹਿੰਦੇ ਬੱਲੂ ਉਹਨੂੰ ਸਹਿਜ ਸੁਭਾਈ ਵਸਤੂਆਂ ਮਿਲੀ ਜਾਇਆ ਕਰਨਗੀਆਂ ਆਪੇ ਹੀ। ਹਾਂਜੀ। ਰਚੀ ਹੇਤ ਸਿੱਖਿਅਨ ਕਲਿਆਣ। ਸਿੱਖਾਂ ਨੂੰ ਆਨੰਦ ਦੇਣ ਵਾਸਤੇ, ਗੁਰਸਿੱਖਾਂ ਦਾ ਕਲਿਆਣ ਕਰਨ ਵਾਸਤੇ। ਪਠਹਿ ਸੁਨਹਿ ਸੁਖ ਲਹਿ ਮਹਾਨ। ਮਹਾਰਾਜ ਕਹਿਣ ਲੱਗੇ ਇਹ ਬਾਣੀ ਰਚੀ ਹੈ, ਜਿਹੜਾ ਪੜ੍ਹੇਗਾ ਸੁਣੇਗਾ ਉਹਨੂੰ ਵੱਡਾ ਸੁੱਖ ਮਿਲੇਗਾ। ਗੱਜ ਕੇ ਆਖੋ ਵਾਹਿਗੁਰੂ। ਆਨੰਦ ਸਾਹਿਬ ਦੇ ਕਿਆ ਹੀ ਕਹਿਣੇ ਹੈ। ਸਾਧ ਸੰਗਤ ਸਾਰਾ ਦਿਨ ਲੱਗਦਾ ਜੇ ਆਨੰਦ ਸਾਹਿਬ ਨੂੰ ਆਨੰਦ ਨਾਲ ਪੜ੍ਹੋ ਤੇ 40 ਪੌੜੀਆਂ ਪੜ੍ਹੋ ਜੀ। ਇੱਕ ਗੁਰਮੁਖ ਪਿਆਰੇ ਪੜ੍ਹਨ ਦੇ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ। ਹਾਂਜੀ। ਹਰ ਨਾਲ। ਹਰ ਨਾਲੇ। ਫਿਰ ਬੋਲਣ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ। ਫਿਰ ਬੋਲਿਆ ਜੀ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ। ਉਹਨਾਂ ਦਾ ਪੁੱਤ ਕਹਿਣ ਲੱਗਾ, ਪਿਤਾ ਜੀ ਤੁਹਾਨੂੰ ਕੀ ਹੋ ਗਿਆ, ਪਾਠ ਭੁੱਲ ਗਿਆ, ਇੱਕੋ ਹੀ ਪੰਕਤੀ ਬੋਲੀ ਜਾਂਦੇ। ਉਹ ਕਹਿੰਦੇ ਪੁੱਤਰਾ
ਪਾਠ ਭੁੱਲਿਆ ਨਹੀਂ ਹੈ, ਮੇਰਾ ਮਨ ਸੁਣ ਨਹੀਂ ਰਿਹਾ। ਪੰਗਤੀ ਕਹਿਣ ਲੱਗੇ, ਮਨ ਨੂੰ ਸੁਣਾ, ਜਿੰਨਾ ਚਿਰ ਇਹ ਸੁਣਦਾ ਨਹੀਂ ਮੈਂ ਅੱਗੇ ਨਹੀਂ ਤੁਰਨਾ ਕਹਿਣ ਲੱਗੇ। ਤੇ ਦਾਸ ਤੇ ਬੇਨਤੀ ਕਰੇ, ਇੱਕ ਪੌੜੀ ਸਾਰੀ ਦਿਹਾੜੀ ਚ ਮਨ ਸੁਣ ਲੇ ਵੀ ਫਤਿਹ ਹੀ ਹੈ ਜੀ, ਜੇਤੀ ਹੈ ਇੱਕ ਜੀ। ਆਨੰਦ ਸਾਹਿਬ ਆਨੰਦ ਨਾਲ ਪੜ੍ਹਿਆ ਜਾਵੇ ਤੇ ਆਨੰਦ ਸਾਹਿਬ ਮਰਜ਼ਾਦਾ ਨਾਲ ਪੜ੍ਹਿਆ ਜਾਵੇ ਤੇ ਆਨੰਦ ਸਾਹਿਬ ਨੂੰ ਪੜ੍ਹਨ ਵਾਲੇ ਨੂੰ ਆਨੰਦ ਕਿਉਂ ਨਹੀਂ ਆਏਗਾ ਜੀ। ਕਥਾ ਸੁਣ ਕੇ ਘਰ ਜਾ ਕੇ ਜਾਂ ਕੱਲ ਸਵੇਰੇ ਜਦੋਂ ਨਿਤਨੇਮ ਕਰੋਗੇ ਨਾ, ਕੋਸ਼ਿਸ਼ ਕਰਿਓ ਆਨੰਦ ਸਾਹਿਬ ਆਨੰਦ ਨਾਲ ਹੀ ਪੜ੍ਹਨਾ ਹੈ। ਤੇ ਸੱਚੀ ਗੱਲ ਇਹ ਹੈ, ਆਨੰਦ ਸਾਹਿਬ ਦਾ ਪਾਠ ਹੈ ਜਿਹੜਾ ਸਾਨੂੰ ਅੱਖਾਂ ਨਾਲ ਗੱਲ ਕਰਨ ਦੀ ਜਾਚ ਦੱਸਦਾ ਹੈ, ਜਿਹੜਾ ਸਾਨੂੰ ਕੰਨਾਂ ਨਾਲ ਗੱਲ ਕਰਨ ਦੀ ਜਾਚ ਦੱਸਦਾ ਹੈ, ਜਿਹੜਾ ਸਾਨੂੰ ਜੀਭ ਨਾਲ ਗੱਲ ਕਰਨ ਦੀ ਜਾਚ ਸਿਖਾਉਂਦਾ ਹੈ। ਹੋਰ ਸਾਨੂੰ ਨਹੀਂ ਪਤਾ ਲੱਗਦਾ ਜੀ। ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਆਪਣੀ ਜੀਭ ਨੂੰ ਕਹਿਣਾ ਨਹੀਂ ਤੂੰ ਰੱਜਦੀ ਨਹੀਂ, ਤੂੰ ਰੱਜਦੀ ਨਹੀਂ, ਤੈਨੂੰ ਪਿਆਸ ਹੀ ਲੱਗੀ ਰਹਿੰਦੀ ਹੈ। ਤੇ ਗੁਰੂ ਅਮਰਦਾਸ ਸਾਹਿਬ ਕਹਿੰਦੇ ਇਹਨੇ ਇੰਜ ਨਹੀਂ ਰੱਜਣਾ, ਜਦੋਂ ਇਹਨੂੰ ਨਾਮ ਦਾ ਰਸ ਆਇਆ ਨਾ ਇਹਨੇ ਉਦੋਂ ਹੀ ਰੱਜਣਾ। ਪਿਆਸ ਨਾ ਜਾਏ ਹੋਰਤ ਕੀਤਾ, ਜਿਚਰ ਹਰ ਰਸ ਪੱਲੇ ਨਾ ਪਾਏ। ਮਹਾਰਾਜ ਕਹਿੰਦੇ ਜਿੰਨਾ ਚਿਰ ਇਹਨੂੰ ਰਸ ਨਹੀਂ ਆ ਜਾਂਦਾ ਰੱਬ ਦੇ ਨਾਮ ਦਾ। ਕੰਨਾਂ ਨੂੰ ਕਿਹਾ ਇਹ ਸਰਵਣ ਹੋ ਮੇਰੇ ਹੋ, ਸਾਚੈ ਸੁਣਨੈ ਨੌ ਪਠਾਏ। ਸਾਚੈ ਸੁਣਨੈ ਨੌ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਮਹਾਰਾਜ ਨੇ ਅੱਖਾਂ ਨਾਲ ਗੱਲ ਕੀਤੀ, ਇਹ ਨੇਤਰ ਹੋ ਮੇਰੇ ਹੋ, ਹਰ ਤੁਮ ਮਹਿ ਜੋਤ ਧਰੀ। ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਇਹੋ ਵਿਸ ਸੰਸਾਰ ਤੁਮ ਦੇਖਦੇ ਹੋ, ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਤੇ ਮਹਾਰਾਜ ਨੇ ਵੇਖੋ ਅੱਖਾਂ ਨਾਲ ਗੱਲ ਨਹੀਂ ਕੀਤੀ ਜੀ, ਮਨ ਨਾਲ ਗੱਲ ਕੀਤੀ ਜੀ। ਹਾਂਜੀ, ਤੇ ਮਹਾਰਾਜ ਨੂੰ ਪਤਾ ਇਹ ਮਨ ਜਿਹੜਾ ਬੜਾ ਭੈੜਾ ਬੜਾ ਚੰਚਲ ਹੈ ਜੀ। ਚੰਚਲ ਕਿਹਨੂੰ ਕਹਿੰਦੇ ਜੀ? ਜਿਹੜਾ ਚੱਲਦਾ ਹੀ ਰਵੇ, ਚੱਲਦਾ ਹੀ ਰਵੇ ਜੀ, ਟਿਕੇ ਨਾ। ਚਤੁਰਾਈਆਂ ਬੜੀਆਂ ਕਰਦਾ ਜੀ ਇਹ ਮਨ, ਕਦੀ ਇਹ ਹੱਲ ਲੱਭ ਲੈਂਦਾ ਵੀ ਨਿਤਨੇਮ ਨਾ ਹੀ ਕਰਨਾ ਪਵੇ। ਹਾਂਜੀ, ਨਿਤਨੇਮ ਨਾ ਹੀ ਕਰਨਾ ਪਵੇ, ਚਤੁਰਾਈਆਂ ਕਰਦਾ ਜੀ ਇਹ। ਤੁਸੀਂ ਵੇਖ ਲਓ ਕਰਦਾ ਕਿ ਨਹੀਂ ਕਰਦਾ ਜੀ। ਆਪੇ ਹੀ ਬਹਾਨੇ ਲਾਈ ਜਾਂਦਾ ਬੰਦਾ, ਆਪਣੇ ਆਪ ਨੂੰ ਆਪੇ ਹੀ ਬਹਾਨੇ ਲਾਈ ਜਾਂਦਾ। ਹੁਣ ਇੱਥੇ ਜਾਣਾ ਕੋਈ ਨਹੀਂ, ਨਹੀਂ ਤੇ ਨਾ ਸਹੀ ਨਿਤਨੇਮ, ਆਪਣੇ ਆਪ ਨੂੰ ਆਪੇ ਹੀ ਬਹਾਨੇ। ਮਹਾਰਾਜ ਨੂੰ ਪਤਾ ਇਹ ਮਨ ਬੜਾ ਚੰਚਲ ਹੈ। ਤੇ ਗੁਰੂ ਅਮਰਦਾਸ ਸਾਹਿਬ ਕਹਿੰਦੇ ਇਹ ਮਨ ਚੰਚਲਾ, ਚਤੁਰਾਈ ਕਿਨੈ ਨਾ ਪਾਇਆ। ਚਤੁਰਾਈ ਕੀਤਿਆਂ ਰੱਬ ਨਹੀਂ ਮਿਲਣਾ, ਚਤੁਰਾਈ ਨਾ ਪਾਇਆ ਕਿਨੈ। ਤੂੰ ਸੁਣ ਮਨ ਮੇਰਿਆ, ਹੇ ਮੇਰੇ ਮਨ ਸੁਣ। ਹੁਣ ਇਹ ਮਨ ਨੂੰ ਸੁਣਾਉਣਾ ਹੈ ਸਾਧ ਸੰਗਤ ਜੀ, ਮਨ ਨੂੰ ਵੀ ਤੂੰ ਮਨਾ ਸੁਣ। ਮਨ ਸੁਣਦਾ ਨਹੀਂ ਜੀ, ਇਹ ਬੜਾ ਬਹਿੜਾ ਹੈ। ਇਹਦੇ ਵਿੱਚ ਵਾਹਿਗੁਰੂ ਨਾਲ ਵੀ ਗੱਲ ਹੋਈ ਹੈ। ਅਗਮ ਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋਂ ਨਾ ਪਾਇਆ ਕਿਣਾ ਤੇਰਾ, ਆਪਣਾ ਆਪ ਤੂੰ ਜਾਣ ਹੈ। ਜੀ ਜੰਤ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣਾ ਹੈ। ਆਖ ਤਾਂ ਵੇਖ ਹੈ ਸਭ ਤੂੰ ਹੈ, ਜਿਨ ਜਗਤ ਉਪਾਇਆ। ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਨਾਲ ਗੱਲ ਕਰਨ ਦੀ ਜਾਚ ਸਿਖਾਉਂਦੇ ਹੈ। ਬੜੇ ਆਨੰਦ ਵਾਲੀ ਬਾਣੀ ਜੇ ਆਨੰਦ ਨਾਲ ਪੜ੍ਹੀ ਜਾਏ ਜੀ। ਪਹਿਲੀ ਪੰਕਤੀ ਬੜੀ ਆਨੰਦ ਵਾਲੀ ਜੀ, ਜਿਵੇਂ ਆਪਣੀ ਧੀ ਮਾਂ ਨਾਲ ਗੱਲ ਕਰਦੀ, ਇੱਕ ਧੀ ਮਾਂ ਨਾਲ ਗੱਲ ਕਰਦੀ ਜੀ, ਉਵੇਂ ਹੀ ਕਿਹਾ ਜੀ। ਮੇਰੀ ਮਾਂ ਆਨੰਦ ਪਿਆ, ਮੇਰੀ ਮਾਂ ਮੇਰੀ ਮਾਂ
ਆਨੰਦ ਭਇਆ ਮੇਰੀ ਮਾਏ, ਆਨੰਦ ਭਇਆ ਮੇਰੀ ਮਾਏ, ਸਤ ਗੁਰੂ ਮੈਂ ਪਾਇਆ। ਪੰਕਤੀ ਕੀ? ਆਨੰਦ ਭਇਆ ਮੇਰੀ ਸਤਿਗੁਰੂ ਮੈਂ ਪਾਇਆ। ਸੋ ਮਹਾਰਾਜ ਕਹਿਣ ਲੱਗੇ, ਪਠਹਿ ਸੁਨਹਿ ਸੁਖ ਲਹਹਿ ਮਹਾਨ, ਪੜਨਗੇ ਸੁਣਨਗੇ ਸਿੱਖ ਸੁਖ ਲੈਣਗੇ। ਹਾਂਜੀ, ਸਭ ਕਾਰਜ ਕੀ ਸਿੱਧੀ ਦੇਤ, ਹਰ ਕਾਰਜ ਦੀ ਸਿੱਧੀ ਦੇਣ ਵਾਲੀ ਹੈ, ਹਰ ਕਾਰਜ ਨੂੰ ਸਿੱਧ ਕਰਨ ਵਾਲੀ। ਪਹਿਲਾਂ ਬੇਨਤੀ ਕੀਤੀ, ਕੋਈ ਕੰਮ ਅਟਕਿਆ ਹੋਵੇ, ਕੜਾ ਪ੍ਰਸ਼ਾਦ ਦੀ ਦੇਗ ਕਰਕੇ 3 ਵਾਰੀ 40 ਪੌੜੀਆਂ ਵਾਲਾ ਆਨੰਦ ਸਾਹਿਬ ਸੰਪੂਰਨ ਕਰਨਾ ਹੈ, ਫਿਰ ਅਰਦਾਸ ਕਰਨੀ। ਕਿਉਂ ਨਹੀਂ ਕੰਮ ਪੂਰਾ ਹੋਏਗਾ ਜੀ? ਹਾਂਜੀ, ਜੋ ਇਸ ਧਾਰ ਹੈ ਪ੍ਰੇਮ ਸਮੇਤ। ਪਰ ਕਿਵੇਂ ਹੋਏਗਾ? ਗੁਰੂ ਅਮਰਦਾਸ ਸਾਹਿਬ ਕਹਿੰਦੇ, ਬੱਲੂ ਜਿਹੜਾ ਪ੍ਰੇਮ ਨਾਲ ਕਰੇਗਾ। ਹਾਂਜੀ, ਸਭ ਮੰਗਲ ਕੇ ਆਦ ਪੜੀਜੈ, ਹਰ ਖੁਸ਼ੀ ਦੇ ਮੌਕੇ ਇਸ ਬਾਣੀ ਦਾ ਪਾਠ ਕਰਨਾ ਹੈ। ਗੱਜ ਕੇ ਆਖੋ ਵਾਹਿਗੁਰੂ, ਫਿਰ ਆਖੋ ਵਾਹਿਗੁਰੂ। ਜਦੋਂ 6ਵੇਂ ਪਾਤਸ਼ਾਹ ਮਹਾਰਾਜ ਜੀ ਦਾ ਆਗਮਨ ਹੋਇਆ ਨਾ, ਤੇ ਗੁਰੂ ਅਰਜਨ ਸਾਹਿਬ ਜੀ ਉਸੇ ਵੇਲੇ ਕਹਿਣ ਲੱਗੇ, ਆਨੰਦ ਸਾਹਿਬ ਪੜ੍ਹੋ ਭਾਈ, ਆਨੰਦ ਸਾਹਿਬ ਪੜ੍ਹੋ। ਤੇ ਆਨੰਦ ਸਾਹਿਬ ਦਾ ਪਾਠ ਕੀਤਾ ਉਦੋਂ, ਤੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਦਾ ਆਗਮਨ ਹੋਇਆ। ਹਰ ਗੁਰਸਿੱਖ ਨੂੰ ਹੁਕਮ ਹੈ, ਖੁਸ਼ੀ ਦਾ ਸਮਾਂ ਹੋਵੇ, ਘਰ ਵਿੱਚ ਆਨੰਦ ਸਾਹਿਬ ਪੜ੍ਹਨਾ ਹੈ। ਹਾਂਜੀ, ਪੂਰਨ ਹੋਵੇ ਨਿਰਵਿਘਨ ਲਹੀਜੈ, ਤੇ ਮਹਾਰਾਜ ਕਹਿੰਦੇ ਉਹ ਖੁਸ਼ੀਆਂ ਵਾਲਾ ਕੰਮ ਪੂਰਾ ਹੋਏਗਾ। ਕਹਿਣ ਲੱਗੇ, ਜਦੋਂ ਆਨੰਦ ਸਾਹਿਬ ਪੜ੍ਹ ਕੇ ਅਰਦਾਸ ਕਰਾਂਗੇ, ਖੁਸ਼ੀਆਂ ਵਾਲਾ ਕੰਮ ਪੂਰਾ ਹੋਏਗਾ। ਕਈ ਵਾਰੀ ਪਹਿਲਾਂ ਤੇ ਖੁਸ਼ੀ ਹੁੰਦੀ, ਫਿਰ ਅਧੂਰਾ ਰਹਿ ਜਾਂਦਾ ਜੀ। ਹਾਂਜੀ, ਗੁਰ ਆਇਸ ਤੇ ਬੱਲੂ ਦਾਸ, ਗੁਰੂ ਸਾਹਿਬ ਜੀ ਦੀ ਆਗਿਆ ਲੈ ਕੇ ਭਾਈ ਬੱਲੂ ਜੀ, ਹਾਂਜੀ, ਲੇਕਰ ਢੋਲਕ ਆਪਣੇ ਪਾਸ, ਆਪਣੇ ਗਲ 'ਚ ਢੋਲਕ ਪਾ ਕੇ ਕੋਠੇ ਪਰ ਚੜ ਕੇ ਤਤਕਾਲਾ, ਕੋਠੇ ਤੇ ਚੜੇ ਜੀ ਉਸੇ ਵੇਲੇ, ਕੀਨ ਬਜਾਵਨ ਧੁਨੀ ਬੈਸਾਲਾ। ਗੱਜ ਕੇ ਆਖੋ ਵਾਹਿਗੁਰੂ, ਬੜੀ ਉੱਚੀ ਧੁਨ ਵਿੱਚ ਜੀ, ਗੱਜ ਕੇ ਆਖੋ ਵਾਹਿਗੁਰੂ। ਆ ਭਾਈ ਕੁਲਦੀਪ ਸਿੰਘ ਦਾ ਹਰਮਨ ਕਿੱਥੇ ਹੈ? ਇਹ ਆਪਾਂ ਵੀ ਵਜਾਵਾਂਗੇ ਢੋਲਕ ਦੀ ਹੁਣੇ। ਹਾਂਜੀ, ਪ੍ਰਸੰਗ 'ਚ ਆਇਆ ਨਾ ਜੀ, ਉਹਨੇ ਉੱਚੀ ਭਾਈ ਬੱਲੂ ਜੀ ਨੇ ਢੋਲਕ ਵਜਾਏ। 38 ਪੌੜੀ ਸਭ ਗਾਈ, 38 ਪੌੜੀਆਂ ਦਾ ਫਿਰ ਗਾਇਨ ਕੀਤਾ ਜੀ ਉਹਨਾਂ ਨੇ, 38 ਪੌੜੀਆਂ ਦਾ ਜੀ। ਹਾਂਜੀ, ਧੁਨ ਉੱਚੀ ਸੋ ਨਰਨ ਸੁਨਾਈ, ਤੇ ਬਹੁਤ ਉੱਚੀ ਆਵਾਜ਼, ਉਦੋਂ ਮਾਈਕ ਨਹੀਂ ਸੀ ਹੁੰਦੇ ਜੀ, ਉੱਚੀ ਆਵਾਜ਼ ਦੇ ਵਿੱਚ ਉਹ ਫਿਰ ਆਨੰਦ ਸਾਹਿਬ ਜੀ ਦਾ ਪਾਠ ਕੀਤਾ ਜੀ। ਹਾਂਜੀ, ਜਿਨ ਜਿਨ ਸੁਨਿਓ ਕਾਨ ਮਹਤਬੈ, ਜਿਨੇ ਜਿਨੇ ਉਹ ਬਾਣੀ ਸੁਣੀ ਨਾ ਜੀ, ਹਾਂਜੀ, ਭਗਤ ਪ੍ਰਗਟੀ ਉਰ ਸਭੈ, ਤੇ ਉਸ ਸਮੇਂ ਸਾਰਿਆਂ ਦੇ ਮਨ 'ਚ ਭਗਤੀ ਪੈਦਾ ਹੋ ਗਈ ਜੀ। ਗੱਜ ਕੇ ਆਖੋ ਵਾਹਿਗੁਰੂ, ਸਾਰਿਆਂ ਦੇ ਮਨ 'ਚ ਭਗਤੀ ਪੈਦਾ ਹੋ ਗਈ ਜੀ। ਹਾਂਜੀ, ਆਨੰਦ ਮੂਲ ਬਾਣੀ ਸੁਭ ਕਰੀ, ਉਹ ਆਨੰਦ ਦੇਣ ਵਾਲੀ ਜਿਹੜੀ ਬਾਣੀ ਹੈ, ਭਗਤ ਵਿਰਾਗ ਗਿਆਨ ਸੋ ਭਰੀ, ਤੇ ਸਾਧ ਸੰਗਤ ਜੀ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਭਗਤੀ ਨਾਲ ਭਰਪੂਰ ਹੈ ਜੀ। ਇਹਦੀਆਂ ਸਾਰੀਆਂ ਪੌੜੀਆਂ ਜੀ, ਆਨੰਦ ਸਾਹਿਬ ਦੀਆਂ ਨਾ ਸਾਰੀਆਂ ਪੌੜੀਆਂ ਭਗਤੀ ਨਾਲ ਭਰਪੂਰ ਨੇ ਜੀ। ਭਗਤੀ ਦੇ ਬਾਰੇ ਆਖਿਆ ਗਿਆ ਜੀ। ਹਾਂਜੀ, ਚਤੁਰਥ ਪਾਤਸ਼ਾਹ ਜਪ ਭਏ, ਇੱਕ ਪੌੜੀ ਤਨਹੁ ਰਚ ਕਏ। ਸੋ ਸਾਧ ਸੰਗਤ ਜੀ ਇੱਥੋਂ ਤੱਕ ਪ੍ਰਸੰਗ ਸੀਗਾ ਅੱਜ ਦਾ। ਢੋਲਕੀ ਲਿਆਓ, ਇਹ ਤਬਲਾ ਹੈ। ਇੱਥੋਂ ਤੱਕ ਅੱਜ ਦਾ ਪ੍ਰਸੰਗ ਸੀਗਾ। ਮਹਾਰਾਜ ਨੇ ਆਨੰਦ, ਬਾਬਾ ਆਨੰਦ ਜੀ ਆਏ, ਆਨੰਦ ਹੀ ਵਰਤਾ ਤੇ ਜੀ। ਇੱਕ ਦੇ ਪਿੱਛੇ ਕਿੰਨਿਆਂ ਨੂੰ ਆਨੰਦ ਮਿਲ ਗਿਆ ਜੀ? ਹਾਂਜੀ, ਇੱਕ ਦੇ ਪਿੱਛੇ ਕਿੰਨਿਆਂ ਨੂੰ ਆਨੰਦ ਮਿਲ ਗਿਆ। ਬਾਬਾ ਜੀ ਚੜ੍ਹ ਗਏ ਉੱਤੇ ਕੋਠੇ ਤੇ ਫਿਰ ਸਾਧ ਸੰਗਤ ਜੀ ਆਨੰਦ ਸਾਹਿਬ ਸਾਰਾ ਕੀਤਾ ਜੀ ਉਹਨਾਂ ਨੇ ਜੀ। 40 ਪੌੜੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਜੀ। ਹਾਂਜੀ, ਸੋ ਗਰੀਬ ਨਵਾਜ ਸੱਚੇ ਪਾਤਸ਼ਾਹ ਮਿਹਰ ਕਰਨ, ਕਿਰਪਾ ਕਰਨ, ਬਖਸ਼ਿਸ਼ ਕਰਨ।
ਤੇ ਆਨੰਦ ਸਾਹਿਬ ਜੀ ਦੀ ਬਾਣੀ ਦਾ ਨਿਤਨੇਮ ਕਰਿਆ ਕਰੋ। ਗੱਜ ਕੇ ਆਖੋ ਵਾਹਿਗੁਰੂ। ਰੋਜ਼ ਕਰਿਆ ਕਰੋ। 40 ਪੌੜੀਆਂ ਦਾ ਹੁਕਮ ਹੈ। ਹੁਣ ਆਪਾਂ ਪੂਰੀਆਂ 40 ਤਾਂ ਨਹੀਂ ਇੱਥੇ ਪੜ੍ਹ ਸਕਦੇ, ਸਮਾਂ ਲੱਗ ਜਾਣਾ। 5 ਪੌੜੀਆਂ ਪੜ੍ਹ ਲਓ, 5 ਪੌੜੀਆਂ ਪੜ੍ਹ ਲਓ ਤੇ 5 ਪੌੜੀਆਂ ਤੋਂ ਬਾਅਦ ਸਾਧ ਸੰਗਤ ਜੀ ਫਿਰ ਆਪਾਂ ਅੰਤਮ ਪੌੜੀ ਦਾ ਪਾਠ ਕਰ ਦਾਂਗੇ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ, ਕੋਈ ਰਸਨਾ ਵਾਂਝੀ ਨਾ ਰਹੇ। ਆਨੰਦ ਭਇਆ ਮੇਰੀ ਮਾਏ, ਆਨੰਦ ਭਇਆ ਮੇਰੀ, ਆਨੰਦ ਭਇਆ ਮੇਰੀ ਮਾਏ, ਆਨੰਦ ਭਇਆ ਮੇਰੀ ਮਾਏ। ਸਤਿਗੁਰੂ ਮੈਂ ਪਾਇਆ, ਸਤਿਗੁਰੂ ਮੈਂ, ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਰਾਗ ਰਤਨ ਪਰਵਾਰ ਭਰੀਆਂ, ਸਬਦੋ ਤਗਾ ਬਹੁ ਹਰੀ ਕੇਰਾ। ਕਹੈ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਹਰ ਨਾਲ ਰਹੋ ਤੂੰ ਮਨ ਮੇਰੇ। ਸਭਨਾ ਗੱਲਾਂ ਸਮਰੱਥ ਸੁਆਮੀ, ਕਹੈ ਨਾਨਕ ਮਨ ਮੇਰੇ। ਸਾਚੇ ਸਾਹਿਬਾ ਕਿਆ ਨਹੀਂ ਕਰ, ਕਰਤਾ ਤੇਰਾ ਸਭ ਕਿਛ ਹੈ ਜਿਸ ਦੇ ਸੋ। ਸਦਾ ਸਿਫਤ ਸਲਾਹ ਤੇਰੀ ਨਾਮ ਮਨ, ਨਾਮ ਜਿਨ ਕੈ ਮਨ ਵਸਿਆ। ਕਹੈ ਨਾਨਕ ਸੱਚੇ ਸਾਹਿਬ, ਸਾਚਾ ਨਾਮ ਮੇਰਾ ਆਧਾਰੋ। ਸਾਚ ਨਾਮ ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਸਦਾ ਕੁਰਬਾਨ ਕੀਤਾ। ਗੁਰੂ ਬੇਟਾ ਜਿਸ ਦੀਆਂ ਕਹੈ ਨਾਨਕ ਸੁਣੋ ਸੰਤੋ, ਸ਼ਬਦ ਰਹੋ ਪਿਆਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਕਾਲਾ ਜਿਤ ਕਰ ਧਾਰਿਆ। ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ ਤੁਧ ਜਿਨ ਕਉ ਸੇ। ਕਹੈ ਨਾਨਕ ਤਹਿ ਸੁਖ ਹੋਆ, ਆਨੰਦ ਸੁਣੋ ਬਟ ਭਾਗੀ ਹੋ। ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ। ਦੁਖ ਰੋਗ ਸੰਤਾਪ ਉਤਰੇ, ਸੰਤ ਸਾਜਨ ਭਏ ਸਰਸੇ। ਸੁਣਤੇ ਪੁਨੀਤ ਕਹਤੇ ਪਵਿੱਤ, ਬਿਨਵੰਤ ਨਾਨਕ ਗੁਰ ਚਰਨ ਲਾਗੇ। ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਿਆ। ਬਿਨਵੰਤ ਨਾਨਕ ਗੁਰ ਚਰਨ ਲਾਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਤਰ੍ਹਾਂ ਫਿਰ ਮਹਾਰਾਜ ਨੇ ਆਨੰਦ ਸਾਹਿਬ ਦਾ ਪਾਠ ਕਰਵਾਇਆ ਜੀ। ਆਪਾਂ ਤੇ 5 ਹੀ ਪੜ੍ਹੀਆਂ ਜੀ, ਬਾਬਾ ਜੀ ਨੇ ਸਾਰਾ ਹੀ ਪਾਠ ਕੀਤਾ ਜੀ, ਸਾਰਾ ਪਾਠ ਕੀਤਾ। ਬੜੇ ਪਿਆਰ ਨਾਲ ਕਰਨ ਵਾਲਾ ਪਾਠ ਹੈ, ਬੜੇ ਪਿਆਰ ਨਾਲ। ਇੱਕ ਹੀ ਪੌੜੀ ਭਾਵੇਂ ਪੜੋ, ਪੜੋ ਪ੍ਰੇਮ ਨਾਲ। ਹਾਂਜੀ। ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨ ਪਾਇਆ ਕਿਨੈ। ਤੂੰ ਸੁਣ ਮਨ ਮੇਰਿਆ, ਏਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ। ਮਾਇਆ ਤਾਂ ਮੋਹਣੀ ਤਿਨੈ ਕੀਤੀ, ਜਿਨ ਠਗੌਲੀ ਪਾਈਆ। ਕੁਰਬਾਨ ਕੀਤਾ ਤਿਸੈ ਵਿਟਹੁ, ਜਿਨ ਮੋਹ ਮੀਠਾ ਲਾਇਆ। ਕਹੈ ਨਾਨਕ ਮਨ ਚੰਚਲ, ਚਤੁਰਾਈ ਕਿਨੈ ਨਾ ਪਾਇਆ। ਫਿਰ ਜਿੱਥੇ ਚੰਚਲ ਆਖਿਆ ਨਾ ਜੀ,
ਪਿਆਰਾ ਵੀ ਆਖਿਆ ਜੀ। ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ, ਚੱਲੈ ਨਾਹੀ ਤੇਰੇ ਨਾਲੇ, ਚੱਲੈ ਨਾਹੀ ਤੇਰੇ ਨਾਲੇ, ਸਾਥ ਤੇਰਾ ਚੱਲੈ ਨਾਹੀ, ਤਿਸ ਨਾਲ ਕਿਉਂ ਚਿਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਛੋਤਾਈਐ, ਸਤ ਗੁਰੂ ਕਾ ਉਪਦੇਸ਼ ਸੁਣ ਤੂੰ, ਹੋਵੇ ਤੇਰੇ ਨਾਲੇ, ਕਹੈ ਨਾਨਕ ਮਨ ਪਿਆਰੇ, ਤੂੰ ਸਦਾ ਸੱਚ ਸੰਭਾਲੇ। ਹੈ ਮੇਰੇ ਮਨਾ, ਵਾਹਿਗੁਰੂ ਜੀ ਨੂੰ ਸੰਭਾਲਿਆ ਕਰ, ਚੇਤੇ ਕਰਿਆ ਕਰ। ਜੋ ਤੂੰ ਟੱਬਰ ਵੇਖਣਿਆ ਤੇਰੇ ਨਾਲ ਨਹੀਂ ਜਾਣਾ। ਦੱਸੋ ਕਿਸੇ ਨਾਲ ਗਿਆ? ਇਹ ਨਾਲ ਨਹੀਂ ਜਾਣਾ। ਤੇ ਮਹਾਰਾਜ ਕਹਿਣ ਲੱਗੇ ਫਿਰ ਇਹੋ ਜਿਹਾ ਕੰਮ ਕਰਨਾ ਹੀ ਕਿਉਂ ਜਿਹਨੂੰ ਪਛਤਾਉਣਾ ਪਵੇ। ਐਸਾ ਕੰਮ ਮੂਲੇ ਨਾ ਕੀਚਾ, ਜਿਤ ਅੰਤ ਪਛੋਤਾਈ। ਮਨ ਨੂੰ ਕਹਿਣਾ, ਮਨਾ ਸਤਿਗੁਰੂ ਕਾ ਉਪਦੇਸ਼ ਸੁਣ ਤੂੰ। ਸਰੀਰ ਤੇ ਸੁਣ ਲੈਂਦਾ, ਮਨ ਨਹੀਂ ਸੁਣਦਾ ਜੀ। ਹਾਂਜੀ, ਮਨ ਨਹੀਂ ਸੁਣਦਾ। ਤੇ ਮਨ ਨੂੰ ਕਹਿਣਾ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ, ਹੋਵੇ ਤੇਰੇ ਨਾਲੇ, ਹੋਵੇ ਤੇਰੇ ਨਾਲੇ, ਕਹੈ ਨਾਨਕ ਮਨ ਪਿਆਰੇ, ਤੂੰ ਸਦਾ ਸੱਚ ਸੰਭਾਲੇ। ਪਿਆਰਾ ਵੀ ਹੈ ਜੀ ਸਾਡਾ, ਸਾਨੂੰ ਆਪਣਾ ਮਨ ਪਿਆਰਾ ਜੀ। ਤੇ ਮਹਾਰਾਜ ਨੇ ਇਹ ਬਾਣੀ ਰਚੀ, ਬੜਾ ਆਨੰਦ ਹੈ ਇਸ ਬਾਣੀ ਵਿੱਚ ਕਰਨੀ। ਪਿਆਰ ਦੇ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 2 ਮਿੰਟ ਗੁਰਮੰਤਰ ਦਾ ਜਾਪ ਕਰ ਲਓ, ਫਿਰ ਖਿਮਾਂਗੇ 2 ਮਿੰਟ। ਵਾਹਿਗੁਰੂ